ਕੀਤਾ ਇਹੀ ਮਈ ਜੂਨ ਦੇ ਵਿੱਚ 30 ਡਿਗਰੀ ਟੈਂਪਰੇਚਰ ਤੇ ਉਹਨਾਂ ਨੇ ਏਸੀ ਬੰਦ ਕਰਤਾ। ਐਜ਼ ਅ ਲੈਂਡਲॉर्ड ਤਾਂ ਬਹੁਤ ਬੇਕਾਰ ਐਕਸਪੀਰੀਅੰਸ ਰਿਹਾ ਟੂ ਬੀ ਵੈਰੀ ਓਨੈਸਟ। ਬਟ ਉਹਨੇ ਤਰ੍ਹਾਂ ਦੇ ਤਰੀਕੇ ਯੂਜ਼ ਕੀਤੇ ਕਿ ਇਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਘਰ ਚੋਂ ਕੱਢਿਆ ਜਾਵੇ। ਤੁਹਾਨੂੰ ਕੋਰਟ ਵਿੱਚ ਜਾਣਾ ਪੈਣਾ। ਅੱਜ ਕੱਲ੍ਹ ਜੋ ਕੋਰਟਾਂ ਦੇ ਹਾਲਾਤ ਹੈਗੇ ਨੇ ਤੁਹਾਨੂੰ ਘੱਟੋ ਘੱਟ ਵੀ ਸਾਲ ਲੱਗ ਜਾਂਦਾ। ਪਰ ਕਿਸੇ ਗਲਤ ਬੱਚੇ ਨੂੰ ਦੇਣ ਨਾਲੋਂ ਇਟਸ 10 ਟਾਈਮਸ ਬੈਟਰ ਵੀ ਤੁਹਾਡਾ ਰੂਮ ਖਾਲੀ ਰਵੇ। ਟੈਨੈਂਟ ਦੇ ਕੋਲ ਰਾਈਟ ਬਹੁਤ ਜ਼ਿਆਦਾ ਨੇ ਸੀ। ਲੈਂਡਲੌਰਡ ਦੇ ਹੱਕਾਂ ਦੇ ਵਿੱਚ ਬਹੁਤ ਘੱਟ ਹੈਗੇ ਨੇ। ਅਸੀਂ ਇੱਥੇ ਕਿਸੇ ਨੂੰ ਹਰਾਸ ਕਰਨ ਲਈ ਨਹੀਂ ਹੈਗੇ, ਪਰ ਅਸੀਂ ਆਪ ਵੀ ਹਰਾਸ ਹੋਣ ਲਈ ਨਹੀਂ ਹੈਗੇ, ਰਾਈਟ। ਕਦੇ ਉਹਨਾਂ ਨੇ ਪੁਲਿਸ ਨੂੰ ਬੁਲਾ ਲੈਣਾ ਕਿ ਡਰ ਜਾਣਗੇ, ਕਿਉਂਕਿ ਸਟੂਡੈਂਟਸ ਆਂਗੇ ਓਬਵੀਅਸਲੀ ਡਰ ਲੱਗਦਾ ਹੀ ਹੈ। ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ। ਹਮਦਰਦ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤਰਨਜੀਤ ਕੌਰ ਘੁੰਮਣ। ਦੋਸਤੋ, ਅੱਜ ਇੱਕ ਅਜਿਹਾ ਇਸ਼ੂ ਲੈ ਕੇ ਆਏ ਹਾਂ ਜੋ ਕਿ ਕੈਨੇਡਾ ਵਿੱਚ ਕਾਫੀ ਜ਼ਿਆਦਾ ਦੇਖਣ ਨੂੰ ਮਿਲ ਰਿਹਾ। ਸਭ ਤੋਂ ਪਹਿਲਾਂ ਤਾਂ ਦੱਸ ਦਈਏ ਕਿ ਜੇਕਰ ਤੁਸੀਂ ਕੈਨੇਡਾ ਵਿੱਚ ਆਉਣਾ ਆ ਤਾਂ ਜੇਕਰ ਤੁਸੀਂ ਪਹਿਲਾਂ ਹੀ ਬਿਨਾਂ ਦੇਖੇ ਬੇਸਮੈਂਟ ਜਾਂ ਫਿਰ ਕਿਸੇ ਰੈਂਟਲ ਪ੍ਰਾਪਰਟੀ ਲਈ ਪੈਸੇ ਦੇ ਰਹੇ ਹੋ ਤਾਂ ਸਾਵਧਾਨ ਹੋ ਜਾਓ, ਕਿਉਂਕਿ ਤੁਸੀਂ ਕਿਸੇ ਸਕੈਮ ਦਾ ਸਾਹਮਣਾ ਵੀ ਕਰ ਸਕਦੇ ਹੋ ਸਕਦਾ ਕਿ ਤੁਹਾਡੇ ਨਾਲ ਕੋਈ ਠੱਗੀ ਹੋ ਰਹੀ ਹੋਵੇ, ਕਿਉਂਕਿ ਰੈਂਟਲ ਪ੍ਰਾਪਰਟੀਜ਼ ਦੇ ਨਾਮ ਤੇ ਬਹੁਤ ਜ਼ਿਆਦਾ ਠੱਗੀਆਂ ਇਸ ਵਕਤ ਸ਼ੁਰੂ ਹੋ ਚੁੱਕੀਆਂ ਨੇ। ਅਨਟਿਲ ਅਨਲੈਸ ਤੁਸੀਂ ਜਾ ਕੇ ਪ੍ਰਾਪਰਟੀ ਦੇਖ ਕੇ ਨਹੀਂ ਆਉਂਦੇ, ਕੋਈ ਰੂਮ ਜਾਂ ਫਿਰ ਬੇਸਮੈਂਟ ਜਾਂ ਫਿਰ ਘਰ ਤੁਸੀਂ ਕਿਰਾਏ ਤੇ ਲੈ ਰਹੇ ਹੋ, ਪਹਿਲਾਂ ਜਾ ਕੇ ਉਹ ਦੇਖੋ। ਉਸ ਤੋਂ ਬਾਅਦ ਡਿਪੋਜ਼ਿਟ ਦੇਣ ਵੇਲੇ ਪਹਿਲਾਂ ਲੀਗਲ ਜਿਹੜੀ ਕਾਰਵਾਈ ਹੈਗੀ ਆ, ਕਾਨੂੰਨੀ ਕਾਰਵਾਈ ਉਹ ਜ਼ਰੂਰ ਕਰੋ। ਲੀਜ਼ ਸਾਈਨ ਜ਼ਰੂਰ ਕਰਵਾਓ, ਕਿਉਂਕਿ ਇੱਥੇ ਬਹੁਤ ਜ਼ਿਆਦਾ ਠੱਗੀਆਂ ਹੋ ਰਹੀਆਂ ਨੇ। ਦੂਜਾ ਜਿਹੜਾ ਅੱਜ ਅਸੀਂ ਮੈਟਰ ਚੁੱਕ ਰਹੇ ਹਾਂ ਉਹ ਹੈਗਾ ਕਿ ਇੱਕ ਪਾਸੇ ਟੈਨੈਂਟਸ ਨੇ, ਦੂਜੇ ਪਾਸੇ ਲੈਂਡਲੌਰਡਸ ਨੇ। ਟੈਨੈਂਟਸ ਵੀ ਜਿਹੜੇ ਕਿਤੇ ਨਾ ਕਿਤੇ ਗਲਤ ਨਹੀਂ ਹੈਗੇ, ਲੈਂਡਲੌਰਡਸ ਵੀ ਕਿਤੇ ਨਾ ਕਿਤੇ ਗਲਤ ਨਹੀਂ ਹੈਗੇ, ਪਰ ਇਸ ਦਾ ਖਾਮਿਆਜ਼ਾ ਜਿਹੜਾ ਬਹੁਤ ਸਾਰੇ ਲੋਕਾਂ ਨੂੰ ਨਾਜਾਇਜ਼ ਭੁਗਤਣਾ ਪੈ ਰਿਹਾ। ਸੋ ਕੁਝ ਅਸੀਂ ਸਟੂਡੈਂਟਸ ਨਾਲ ਵੀ ਗੱਲਬਾਤ ਕੀਤੀ ਹੈ ਜਿਨ੍ਹਾਂ ਨੇ ਐਜ਼ ਐਨ ਟੈਨੈਂਟ ਜਿਹੜਾ ਆ ਕੁਝ ਪ੍ਰਾਪਰਟੀਜ਼ ਜਿਹੜੀਆਂ ਉਹ ਲੀਜ਼ ਕੀਤੀਆਂ ਸੀ, ਪਰ ਉਹਨਾਂ ਨੂੰ ਆਪਣੇ ਲੈਂਡਲੌਰਡ ਵੱਲੋਂ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਸੋ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਦਿਖਾਉਂਦੇ ਹਾਂ ਕਿ ਕੀ ਕਹਿਣਾ ਸੀ ਉਹਨਾਂ ਟੈਨੈਂਟਸ ਦਾ ਜਿਨ੍ਹਾਂ ਨੂੰ ਬਿਨਾਂ ਕਿਸੇ ਵਜ੍ਹਾ ਤੋਂ ਲੈਂਡਲੌਰਡ ਵੱਲੋਂ ਪਰੇਸ਼ਾਨ ਕੀਤਾ ਗਿਆ। ਸੋ ਸਟਾਰਟਿੰਗ 'ਚ ਜਦੋਂ ਤੁਸੀਂ ਆਏ ਸੀਗੇ ਤੇ ਕਿੰਨਾ ਕੋਲ ਰਹੇ ਸੀਗੇ? ਫਰੈਂਡਸ ਨਾਲ ਰਹੇ ਸੀਗੇ, ਉਹਨਾਂ ਨੇ ਘਰ ਆਲਰੇਡੀ ਲੱਭਿਆ ਹੋਇਆ ਸੀਗਾ। ਸੋ ਸਟਾਰਟਿੰਗ ਦਾ ਸਾਲ ਉੱਥੇ ਰਹੇ ਸੀ ਐਂਡ ਉਸ ਤੋਂ ਬਾਅਦ ਲੱਭਿਆ ਸੀਗਾ। ਓਕੇ, ਤੇ ਕੋਈ ਪ੍ਰੋਬਲਮ ਆਈ ਤੁਹਾਨੂੰ ਲੱਭਣ? ਹਾਂਜੀ, ਜਦੋਂ ਵੀ ਘਰ ਲੱਭਦੇ ਆ ਪਹਿਲੀ ਗੱਲ ਤਾਂ ਇਹ ਹੁੰਦੀ ਹੈਗੀ ਕਿ ਜਦੋਂ ਘਰ ਲੱਭਦੇ ਆ ਇਨ ਕੇਸ ਤੁਹਾਡੇ ਕੋਲ 4 ਬੈਡਰੂਮ ਹੈਗਾ ਤਾਂ ਓਨਰਸ ਦਾ ਇਹ ਮੰਨਣਾ ਹੁੰਦਾ ਜੇ ਤੁਸੀਂ 4 ਬੈਡਰੂਮ ਹਾਊਸ 'ਚ ਰਹਿਣਾ ਹੈਗਾ ਤਾਂ ਯੂ ਸ਼ੁੱਡ ਬੀ 5 ਪਰਸਨ, ਬਟ ਉਹ ਕਿ ਪੋਸੀਬਲ ਨਹੀਂ ਹੈਗਾ। ਇੰਨਾ ਜ਼ਿਆਦਾ ਰੈਂਟ ਹੁੰਦਾ ਹੈਗਾ, 5 ਬੰਦੇ ਉਹ ਪੂਰਾ ਨਹੀਂ ਕਰ ਸਕਦੇ। ਐਂਡ ਫਿਰ ਉਸ ਤੋਂ ਬਾਅਦ ਕ੍ਰੈਡਿਟ ਰਿਪੋਰਟਸ, ਫੈਮਿਲੀ ਰਹਿੰਦੇ ਕਿ ਨਹੀਂ, ਇਕੱਲੇ ਬੰਦੇ ਨੂੰ ਘਰ ਲੱਭਣਾ ਬਹੁਤ ਔਖਾ ਹੁੰਦਾ ਅਤੇ ਜੇ ਮਿਲ ਵੀ ਜਾਂਦੇ ਤਾਂ ਬਹੁਤ ਸਾਰੇ ਸਕੈਮਸ ਵੀ ਹੁੰਦੇ ਆ। ਤੁਹਾਡੇ ਨਾਲ ਫਿਰ ਜਦੋਂ ਤੁਸੀਂ ਕਿਹਾ ਕਿ ਤੁਸੀਂ ਰੈਂਟ ਦੇ ਉੱਤੇ ਲਿਆ, ਕੀ ਤੁਹਾਡੀ ਕੋਈ ਜਾਂਚ ਪੜਤਾਲ ਹੋਈ ਸੀ? ਕੋਈ ਤੁਹਾਡੀ ਲੀਜ਼ ਸਾਈਨ ਹੋਈ ਸੀ? ਕੋਈ ਪੇਪਰ ਵਰਕ ਹੋਇਆ? ਹਾਂਜੀ, ਉਸ ਟਾਈਮ ਲੀਜ਼ ਸਾਈਨ ਹੋਈ ਸੀਗੀ, ਬਟ ਉਸ ਟਾਈਮ ਮਤਲਬ ਇੱਕ ਟਰਸਟ ਦੇ ਤੌਰ 'ਤੇ ਅਸੀਂ ਲੀਜ਼ ਨਹੀਂ ਲਈ ਸੀ। ਅਸੀਂ ਉਸ ਤੋਂ ਬਾਅਦ ਰਿਕੁਐਸਟ ਵੀ ਕੀਤੀ ਸੀਗੀ ਤੁਸੀਂ ਲੀਜ਼ ਦੇ ਦਿਓ, ਬਟ ਉਹਨਾਂ ਨੇ ਨਹੀਂ ਦਿੱਤਾ। ਐਂਡ ਸਾਲ ਦੀ ਲੀਜ਼ ਹੋਈ ਸੀਗੀ ਅਤੇ ਮਹੀਨੇ ਬਾਅਦ ਉਹ ਕਹਿਣ ਲੱਗ ਗਏ ਕਿ ਤੁਸੀਂ ਘਰ ਲੀਵ ਕਰ ਦਿਓ, ਕਿਉਂਕਿ ਮੌਰਗੇਜ ਦੇ ਮਤਲਬ ਇੰਟਰਸਟ ਰੇਟ ਵਧਣ ਕਰਕੇ ਸ਼ਾਇਦ ਉਹਨਾਂ ਨੂੰ ਰੈਂਟ ਵੱਧ ਮਿਲਦਾ ਸੀਗਾ। ਅਤੇ ਨਾ ਹੀ ਤਾਂ ਉਹਨਾਂ ਨੇ ਸਾਨੂੰ ਲੀਜ਼ ਦੇ ਪੇਪਰ ਮਤਲਬ ਸਾਈਨਡ ਲੀਜ਼ ਦਿੱਤੀ, ਨਾਲੇ ਸਾਨੂੰ 15 ਦਿਨ ਵਿੱਚ ਕਹਿੰਦੇ ਤੁਸੀਂ ਘਰ ਵਿਹਲਾ ਕਰ ਦਿਓ। ਐਂਡ ਜਦ ਅਸੀਂ ਉਹਨਾਂ ਨੂੰ ਕਿਹਾ ਕਿ ਅਸੀਂ ਘਰ ਹਜੇ ਨਹੀਂ ਵਿਹਲਾ ਕਰ ਸਕਦੇ, ਅਸੀਂ ਨਹੀਂ ਉਹ ਕਰਦੇ, ਤਾਂ ਉਹਨਾਂ ਨੇ ਸਾਨੂੰ ਮਤਲਬ ਵੱਖ-ਵੱਖ ਤਰੀਕੇ ਨਾਲ ਉਹਨਾਂ ਨੇ ਸਾਨੂੰ ਹਰਾਸ ਕਰਨਾ ਸ਼ੁਰੂ ਕਰਤਾ ਸੀਗਾ। ਸੋ ਤੁਸੀਂ ਕਿਹਾ ਕਿ ਵੱਖ-ਵੱਖ ਤਰੀਕਿਆਂ ਨਾਲ ਹਰਾਸ ਕਰਨਾ ਸ਼ੁਰੂ ਕਰਤਾ, ਜਦ ਕਿ ਪਹਿਲਾਂ ਨੋਟਿਸ ਕੋਈ ਨਹੀਂ ਮਿਲਿਆ ਨਹੀਂ ਸੀ? ਕਹਿੰਦੇ ਕਿ ਘੱਟੋ ਘੱਟ 2 ਮਹੀਨੇ ਤੁਹਾਨੂੰ ਪ੍ਰਾਇਰ ਨੋਟਿਸ ਦੇਣਾ। ਹਾਂਜੀ, ਘੱਟੋ ਘੱਟ ਪ੍ਰਾਇਰ 2 ਮਹੀਨੇ ਦਾ ਨੋਟਿਸ ਦੇਣਾ ਪੈਂਦਾ, ਬਟ ਉਹਨਾਂ ਨੇ ਸਾਨੂੰ ਲੀਜ਼ ਦੇ ਪੇਪਰ ਨਹੀਂ ਦਿੱਤੇ ਸੀਗੇ, ਤਾਂ ਕਰਕੇ ਫਿਰ ਸਾਡੇ ਕੋਲ ਕੋਈ ਪ੍ਰੂਫ ਵੀ ਨਹੀਂ ਸੀਗਾ ਕਿ ਅਸੀਂ ਲੀਜ਼ 'ਤੇ ਆਏ ਜਾਂ ਕਿੱਦਾਂ। ਬਟ ਉਹਨਾਂ ਨੇ ਸਾਨੂੰ 15 ਦਿਨਾਂ 'ਚ ਕਹਿ ਤਾ ਕਿ ਤੁਸੀਂ ਘਰ ਲੀਵ ਕਰ ਦਿਓ। ਅਸੀਂ ਉਹਨਾਂ ਨੂੰ ਰਿਕੁਐਸਟ ਵੀ ਕੀਤੀ, ਬਟ ਉਹਨਾਂ ਨੇ ਕੀ ਕੀਤਾ, ਇਹੀ ਮਈ ਜੂਨ ਦੇ ਵਿੱਚ 30 ਡਿਗਰੀ ਟੈਂਪਰੇਚਰ 'ਤੇ ਉਹਨਾਂ ਨੇ ਏਸੀ ਬੰਦ ਕਰਤਾ। ਅਸੀਂ ਉਹਨਾਂ ਨੂੰ ਰਿਕੁਐਸਟ ਵੀ ਕੀਤੀ, ਈਵਨ ਉਹ ਲੇਡੀ ਹੀ ਸੀਗੇ, ਅਸੀਂ ਰਿਕੁਐਸਟ ਵੀ ਕੀਤੀ ਕਿ ਅਸੀਂ ਲੇਡੀ ਹੋ ਕੇ ਵੀ ਤੁਸੀਂ ਇੱਦਾਂ ਕਿੱਦਾਂ ਕਰ ਸਕਦੇ ਹੋ, ਬਟ ਉਹਨਾਂ ਨੇ ਇੱਕ ਨਹੀਂ ਮੰਨੀ। 30 ਡਿਗਰੀ ਟੈਂਪਰੇਚਰ 'ਤੇ ਉਹਨਾਂ ਨੇ ਏਸੀ ਬੰਦ ਕਰ ਦੇਣਾ, ਕਦੇ ਮਤਲਬ ਨੋਇਸ ਦੀ ਕੰਪਲੇਂਟ ਕਰ ਦੇਣੀ, ਕਦੇ ਕਿੱਦਾਂ ਕਰਨਾ, ਕਦੇ ਕਿੱਦਾਂ ਕਰਨਾ। ਸੋ ਜਿਵੇਂ ਤੁਸੀਂ ਗੱਲ ਕੀਤੀ ਆ, ਤੁਸੀਂ ਫਿਰ ਰੈਂਟ ਕਿੱਦਾਂ ਪੇ ਕਰਦੇ ਸੀਗੇ? ਜਿੱਦਾਂ ਉਹ ਸਟਾਰਟਿੰਗ ਦੇ ਵਿੱਚ ਸੀਗਾ ਅਸੀਂ ਰੈਂਟ ਪੇ ਕੀਤਾ ਸੀਗਾ। ਸਾਨੂੰ ਇਸ ਤੋਂ ਪਹਿਲਾਂ ਮਤਲਬ ਅਸੀਂ ਕੈਸ਼ ਦੇ ਵਿੱਚ ਉਸ ਟਾਈਮ ਦੇਤਾ ਸੀਗਾ, ਕਿਉਂਕਿ ਸਾਡੀ ਗੱਲ ਹੋਈ ਸੀ, ਉਹਨਾਂ ਨੇ ਕਿਹਾ ਸੀ ਕਿ ਕੈਸ਼ ਦੇ ਦਿਓ, ਬਟ ਉਦੋਂ ਸਾਡੇ ਤੋਂ ਸਿਕਿਉਰਿਟੀ ਵੀ ਲਈ ਸੀਗੀ। ਜਿਹੜੇ ਸਾਡੇ ਤੋਂ ਬੰਦੇ ਪਹਿਲਾਂ ਰਹਿ ਕੇ ਗਏ ਸੀ ਉਹਨਾਂ ਨੇ ਸਾਨੂੰ ਦੱਸਿਆ ਸੀਗਾ ਕਿ ਸਿਕਿਉਰਿਟੀ ਵਾਪਿਸ ਨਹੀਂ ਕਰਦੀ। ਸੋ ਜਦੋਂ ਉਹਨਾਂ ਨੇ ਨੋਟਿਸ ਦਿੱਤਾ ਸੀ ਅਸੀਂ ਕਹਿਤਾ ਸੀਗਾ ਕਿ ਅਸੀਂ 1500 ਤੁਹਾਨੂੰ ਟ੍ਰਾਂਸਫਰ ਕਰ ਦਿੰਦੇ ਜਾਂ ਕੈਸ਼ ਜਿੱਦਾਂ ਵੀ ਤੁਸੀਂ ਕਹੋਗੇ ਉਹ ਲੈ ਲਓ, ਅਤੇ 1200 ਸਾਡੀ 1250 ਸਿਕਿਉਰਿਟੀ ਸੀ ਉਹ ਜੋ ਡਿਡਕਟ ਕਰ ਲਓ। ਬਟ ਉਹਨੇ ਮੈਸੇਜਿਸ ਕਰਨੇ ਸ਼ੁਰੂ ਕਰਤੇ ਕਿ ਤੁਸੀਂ ਮੈਨੂੰ ਮਤਲਬ ਹਰਾਸ ਕਰ ਦਿਓਗੇ,
ਤੁਸੀਂ ਮੈਨੂੰ ਥ੍ਰੈਟ ਕਰਦੇ ਹੋ, ਤੁਸੀਂ ਰੈਂਟ ਨਹੀਂ ਦਿੱਤਾ, ਜਦ ਕਿ ਉਹ ਅਸੀਂ ਕਹਿਤਾ ਸੀਗਾ ਕਿ ਸਾਡੀ ਸਿਕਿਉਰਿਟੀ ਜਦੋਂ ਅਸੀਂ ਲੀਵ ਹੀ ਕਰਨਾ ਹੈਗਾ ਤਾਂ ਉਹਦੇ ਵਿੱਚ ਡਿਡਕਟ ਕਰ ਲਓ। ਬਟ ਉਹਨੇ ਤਰ੍ਹਾਂ ਦੇ ਤਰੀਕੇ ਯੂਜ਼ ਕੀਤੇ ਕਿ ਇਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਘਰ ਚੋਂ ਕੱਢਿਆ ਜਾਵੇ। ਕਿੰਨੇ ਜਣੇ ਤੁਸੀਂ ਰਹਿੰਦੇ ਸੀਗੇ ਤੇ ਕੀ ਪਹਿਲਾਂ ਗੱਲ ਹੋਈ ਸੀ ਕਿ ਇੰਨੇ ਜਣੇ ਰਵਾਂਗੇ ਜਾਂ ਓਵਰ ਤੁਸੀਂ ਉਹਦੇ ਵਿੱਚ ਕੈਪੈਸਿਟੀ ਰਹੇ? ਐਕਚੁਅਲੀ ਓਵਰ ਕੈਪੈਸਿਟੀ ਨਹੀਂ ਰਹੀ। ਜਦੋਂ ਅਸੀਂ ਘਰ 'ਚ ਰਹਿਣ ਲੱਗੇ ਸੀ ਸਾਨੂੰ ਬਿਲਕੁਲ ਵੀ ਨਹੀਂ ਦੱਸਿਆ ਗਿਆ ਸੀਗਾ ਕਿ ਬੇਸਮੈਂਟ ਵਿੱਚ ਓਨਰ ਰਹਿਣਗੇ। ਸਾਨੂੰ ਕੁਝ ਨਹੀਂ ਪਤਾ ਸੀਗਾ ਕਿ ਬੇਸਮੈਂਟ ਵਿੱਚ ਓਨਰ ਰਹਿੰਦੇ ਹੈਗੇ। ਜਦੋਂ ਵੀ ਅਸੀਂ ਰਹਿੰਦੇ ਸੀ, ਅਸੀਂ ਪਹਿਲਾਂ 3 ਜਣੇ ਰਹਿੰਦੇ ਸੀਗੇ ਉਸ ਘਰ ਦੇ ਵਿੱਚ ਐਂਡ ਉਸ ਤੋਂ ਬਾਅਦ ਅਸੀਂ 5 ਜਣੇ ਹੁੰਦੇ ਸੀਗੇ, ਜਿਹੜੇ ਕਿ 3 ਬੈਡਰੂਮ 'ਚ ਆਈ ਡੋਂਟ ਥਿੰਕਸ ਕਿ ਓਵਰ ਕੈਪੈਸਿਟੀ ਸੀਗੀ ਅਤੇ ਉਹਨਾਂ ਨੂੰ ਪਤਾ ਵੀ ਸੀਗਾ, ਚੰਗੀ ਤਰ੍ਹਾਂ ਪਤਾ ਸੀਗਾ। ਬਟ ਫਿਰ ਵੀ ਉਹਨਾਂ ਨੇ ਤਰ੍ਹਾਂ ਦੇ ਤਰੀਕੇ ਕਦੇ ਕਹਿ ਦਿੰਦੇ ਸੀਗੇ ਤੁਸੀਂ ਇੰਨੇ ਜਾਣੇ ਰਹਿੰਦੇ ਹੋਗੇ, ਤੁਸੀਂ ਦੱਸਿਆ ਨਹੀਂ, ਤੁਸੀਂ ਇਹ ਨਹੀਂ ਕੀਤਾ, ਜਦ ਕਿ ਉਹਨਾਂ ਨੂੰ ਬਿਲਕੁਲ ਚੰਗੀ ਤਰ੍ਹਾਂ ਪਤਾ ਸੀ ਕਿਉਂਕਿ ਅਸੀਂ ਮਿਲਦੇ ਵੀ ਹੁੰਦੇ ਸੀਗੇ। ਉਹ ਬੇਸਮੈਂਟ ਵਿੱਚ ਰਹਿੰਦੇ ਸੀ, ਕਦੇ ਉਹਨਾਂ ਨੇ ਵਾਈਫਾਈ ਤੱਕ ਵੀ ਡਿਸਕਨੈਕਟ ਕਰਤਾ ਸੀਗਾ। ਮੇਰੀ ਸਿਸਟਰ ਹੋ ਗਏ, ਉਹਨਾਂ ਦੀ ਆਨਲਾਈਨ ਸਟੱਡੀਜ਼ ਹੁੰਦੀਆਂ ਸੀਗੀਆਂ, ਵਾਈਫਾਈ ਡਿਸਕਨੈਕਟ ਕਰਤਾ ਐਂਡ ਜਦ ਅਸੀਂ ਆਪਦਾ ਵਾਈਫਾਈ ਲਵਾਉਣ ਦੀ ਕੋਸ਼ਿਸ਼ ਕੀਤੀ ਤਦ ਉਹਨਾਂ ਨੇ ਜਦੋਂ ਅਸੀਂ ਕਹਿ ਦਿੰਦੇ ਸੀ ਅੱਜ ਵਾਈਫਾਈ ਲਵਾਉਣ ਵਾਲੇ ਆਣਗੇ ਤਾਂ ਉਹ ਘਰ ਹੀ ਨਹੀਂ ਹੁੰਦੀ ਸੀਗੀ, ਸੋ ਉਹਨੇ ਵਾਈਫਾਈ ਵੀ ਨਹੀਂ ਲਵਾਉਣ ਦਿੱਤਾ ਸਾਨੂੰ। ਪੁੱਛਣਾ ਚਾਹੂੰਗੀ ਕੋਈ ਡੈਮੇਜ ਵਗੈਰਾ ਤੁਹਾਡੇ ਵੱਲੋਂ ਕੋਈ ਹੋਇਆ ਸੀ ਜਾਂ ਕੋਈ ਪ੍ਰਾਪਰਟੀ ਨੂੰ ਨੁਕਸਾਨ ਕਦੇ ਕੋਈ ਹੋਇਆ? ਕਦੇ ਵੀ ਕੋਈ ਨੁਕਸਾਨ ਨਹੀਂ ਹੋਇਆ ਸੀ। ਈਵਨ ਕਿ ਜਿੱਦਾਂ ਉਹ ਸਾਡੇ 'ਤੇ ਬਿਨਾਂ ਗੱਲ ਤੋਂ ਕਿਸੇ ਤਰੀਕੇ ਨਾਲ ਸਾਨੂੰ ਕਹਿੰਦੇ ਹੁੰਦੇ ਸੀਗੇ ਕਿ ਤੁਸੀਂ ਮੈਨੂੰ ਹਰਾਸ ਕਰਦੇ ਹੋ ਜਾਂ ਤੰਗ ਕਰਦੇ ਹੋਗੇ, ਅਸੀਂ ਉਹਦੇ ਨਾਲ ਕਦੇ ਵੀ ਕੁਝ ਨਹੀਂ ਕੀਤਾ ਸੀਗਾ। ਬਟ ਉਹ ਸਾਨੂੰ ਜਿੱਦਾਂ ਹਰਾਸ ਕਰਦੀ ਸੀ, ਸਾਨੂੰ ਕਦੇ ਪੇਪਰ ਲਗਾ ਕੇ ਜਾਣਾ ਕਿ ਤੁਹਾਨੂੰ 14 ਦਿਨ ਨੇ ਤੁਸੀਂ ਲੀਵ ਕਰ ਦਿਓ, ਹੈ ਨਾ, ਜਿਹੜਾ ਕਿ ਕੋਈ ਸਰਟੀਫਾਈਡ ਡਾਕੂਮੈਂਟ ਵੀ ਨਹੀਂ ਸੀਗਾ। ਤੁਸੀਂ 2 ਮਹੀਨੇ ਦਾ ਨੋਟਿਸ ਦੇਵੋ ਫਿਰ ਅਸੀਂ ਛੱਡ ਦਾਂਗੇ। ਅਸੀਂ ਸਾਡੇ ਨਾਲ ਵੀ ਹੁੰਦੇ ਸੀਗੇ, ਈਵਨ ਉਹ ਸਾਨੂੰ ਇੱਦਾਂ ਕਹਿੰਦੀ ਸੀ ਕਿ ਨੇਬਰਸ ਕਹਿੰਦੇ ਆ ਨੋਇਜ਼ ਮਤਲਬ ਨੋਇਜ਼ ਵਾਇਲੇਸ਼ਨ ਹੈ ਜਾਂ ਕੁਝ ਵੀ ਹੈਗਾ। ਅਸੀਂ ਨੇਬਰਸ ਤੱਕ ਨਾਲ ਵੀ ਗੱਲ ਕੀਤੀ ਕਿ ਵੈਦਰ ਤੁਸੀਂ ਕਦੇ ਵੀ ਕੰਪਲੇਂਟ ਕੀਤੀ ਹੈ ਜਾਂ ਨਹੀਂ, ਬਟ ਉਹਨਾਂ ਨੇ ਕੋਈ ਕੰਪਲੇਂਟ ਨਹੀਂ ਕੀਤੀ ਸੀ, ਸਿਰਫ ਉਹਨੇ ਦੇ ਤਰੀਕੇ ਨਾਲ ਹੀ ਹੁੰਦਾ ਸੀਗਾ। ਕਦੇ ਉਹਨਾਂ ਨੇ ਪੁਲਿਸ ਨੂੰ ਬੁਲਾ ਲੈਣਾ ਕਿ ਡਰ ਜਾਣਗੇ ਕਿਉਂਕਿ ਸਟੂਡੈਂਟਸ ਆਂਗੇ, ਓਬਵੀਅਸਲੀ ਡਰ ਲੱਗਦਾ ਹੀ ਹੈ। ਤਾਂ ਇੱਦਾਂ ਕਾਫੀ ਚੀਜ਼ਾਂ ਉਹਨਾਂ ਨੇ ਕੀਤੀਆਂ ਸੀਗੀਆਂ। ਸੋ ਤੁਹਾਨੂੰ ਆਪਣੇ ਰਾਈਟਸ ਦੇ ਬਾਰੇ ਵਿੱਚ ਇਹਦੇ ਵਿੱਚ ਪਤਾ ਸੀ ਕਿ ਕੀ ਰਾਈਟਸ ਤੁਹਾਡੇ ਹੁੰਦੇ ਐਜ਼ ਅ ਟੈਨੈਂਟ? ਜੀ, ਐਜ਼ ਅ ਟੈਨੈਂਟ ਸਾਨੂੰ ਪਤਾ ਸੀਗਾ ਕਿ ਸਾਡੇ ਰਾਈਟਸ ਹੁੰਦੇ ਆ। ਅਸੀਂ ਮਤਲਬ ਅਸੀਂ ਟੈਨੈਂਟ ਬੋਰਡ ਦੇ ਵੀ ਥਰੂ ਵੀ ਜਾਣਾ ਚਾਹਿਆ, ਬਟ ਉਸ ਟਾਈਮ ਟੈਨੈਂਟ ਬੋਰਡ ਦੇ ਵਿੱਚ ਕੀ ਸੀਗਾ, ਬਹੁਤ ਜ਼ਿਆਦਾ ਡਿਲੇ ਚੱਲ ਰਹੀ ਸੀਗੀ, ਸੋ ਅਸੀਂ ਉਸ ਤਰੀਕੇ ਨਾਲ ਵੀ ਨਹੀਂ ਜਾ ਸਕਦੇ ਸੀਗੇ। ਨਾਲੇ ਇੱਕ ਡਰ ਹੁੰਦਾ ਬੀਇੰਗ ਅ ਸਟੂਡੈਂਟ ਕਿ ਕੁਝ ਹੋ ਨਾ ਜਾਵੇ, ਸੋ ਅਸੀਂ ਅਵੋਇਡ ਹੀ ਕਰਨਾ ਚਾਹੁੰਦੇ ਸੀ ਉਹ ਚੀਜ਼ ਨੂੰ। ਫਿਰ ਕਿੰਨੇ ਚਿਰ ਬਾਅਦ ਤੁਸੀਂ ਖਾਲੀ ਕੀਤਾ? ਅਸੀਂ ਉੱਥੇ ਰਹੇ ਸੀਗੇ 3-4 ਮਹੀਨਿਆਂ ਵਿੱਚ। ਅਸੀਂ ਵੈਸੇ ਅਸੀਂ 1 ਮਹੀਨੇ ਬਾਅਦ ਖਾਲੀ ਕਰਨਾ ਸੀ, ਬਟ ਸਾਨੂੰ ਘਰ ਨਹੀਂ ਮਿਲਿਆ। ਫਿਰ ਅਸੀਂ 2 ਮਹੀਨੇ ਉੱਥੇ ਜਿਵੇਂ ਕਿਵੇਂ ਕੱਢ ਕੇ ਫਿਰ ਅਸੀਂ ਖਾਲੀ ਕਰਤਾ। ਹੁਣ ਜਿੱਥੇ ਰਹਿ ਰਹੇ ਹੋ ਹੁਣ ਇਹ ਠੀਕ ਹੈ ਘਰ ਜਾਂ ਇੱਥੇ ਵੀ ਕੁਛ ਐਵੇਂ ਦਾ? ਨਹੀਂ, ਹੁਣ ਠੀਕ ਹੈ। ਕਿੰਨਾ ਚਿਰ ਹੋ ਗਿਆ ਇੱਥੇ ਰਹਿੰਦੇ ਨੂੰ? ਇੱਥੇ ਰਹਿੰਦਿਆਂ ਨੂੰ ਆਲਮੋਸਟ 10 ਮਹੀਨੇ ਹੋ ਚੁੱਕੇ ਨੇ। ਮੈਂ ਪੁੱਛ ਸਕਦੀ ਹਾਂ ਕਿ ਤੁਹਾਡੇ ਪੁਰਾਣੇ ਲੈਂਡਲੌਰਡ ਕੌਣ ਸੀਗੇ, ਕਿਵੇਂ ਦੇ ਸੀਗੇ, ਆਪਣੀ ਕਮਿਊਨਿਟੀ ਦੇ ਸੀ ਜਾਂ ਕੌਣ ਸੀ? ਆਪਣੀ ਕਮਿਊਨਿਟੀ ਦੇ। ਰੈਂਟਲ ਸਕੈਮਸ ਦੀਆਂ ਵੀ ਬਹੁਤ ਗੱਲਾਂ ਆ ਰਹੀਆਂ ਨੇ ਸਾਹਮਣੇ ਕਿ ਤੁਹਾਡੇ ਨਾਲ ਕੁਛ ਐਵੇਂ ਦਾ ਸੁਣਿਆ ਜਾਂ ਤੁਹਾਡੇ ਨਾਲ ਕੁਛ ਐਵੇਂ ਦਾ ਵਾਪਰਿਆ ਵਾ? ਕਿਉਂਕਿ ਕਿਹਾ ਜਾਂਦਾ ਕਿ ਪਹਿਲਾਂ ਡਿਪੋਜ਼ਿਟ ਕਰਵਾ ਕੇ ਤੇ ਉਸ ਤੋਂ ਬਾਅਦ ਫੋਨ ਤੱਕ ਨਹੀਂ ਚੁੱਕਦੇ ਹੈਗੇ, ਤੇ ਇਹਦੇ ਬਾਰੇ ਕੋਈ ਜਾਣਕਾਰੀ ਹੈ ਤੁਹਾਨੂੰ? ਹਾਂਜੀ, ਇਹ ਰੀਸੈਂਟਲੀ ਹੋਇਆ। ਮੇਰੇ ਹਸਬੈਂਡ ਦੇ ਫਰੈਂਡ ਦੀ ਵਾਈਫ, ਉਹਨਾਂ ਨੇ ਦੱਸਿਆ ਮੈਨੂੰ, ਉਹਨਾਂ ਨੇ ਮੈਨੂੰ ਪਰਸੋਂ ਹੀ ਦੱਸਿਆ ਕਿ ਉਹਨਾਂ ਦੇ ਫਰੈਂਡ ਨੇ ਆਉਣਾ ਸੀਗਾ ਕੈਨੇਡਾ ਐਂਡ ਉਹਨਾਂ ਦੀ ਵਾਈਫ ਸੈਪਰੇਟ ਰਹਿਣ ਲਈ ਬੇਸਮੈਂਟ ਲੱਭ ਰਹੇ ਸੀਗੇ। ਤੇ ਜਦੋਂ ਉਹਨਾਂ ਨੇ ਮਾਰਕੀਟ ਪਲੇਸ 'ਤੇ ਸਰਚ ਕੀਤੀ ਤੇ ਉਹਨਾਂ ਨੂੰ ਇੱਕ ਪੰਜਾਬੀ ਮੁੰਡਾ ਸੀਗਾ, ਉਹ ਮਿਲਿਆ ਤੇ ਉਹਨੇ ਕਿਹਾ ਹੈ ਕਿ ਮੈਂ ਤੁਹਾਨੂੰ ਬੇਸਮੈਂਟ ਦਿਖਾ ਦੂੰਗਾ। ਦਾ ਰੈਂਟ ਵਾਜ਼ ਲੋ, ਦੈਟਸ ਵਾਈ ਉਹਨਾਂ ਨੇ ਕਿਹਾ ਕਿ ਮਤਲਬ ਉਹਨਾਂ ਨੂੰ ਸਹੀ ਲੱਗਿਆ ਤੇ ਉਹਨਾਂ ਨੇ ਉਹਦੇ ਨਾਲ ਗੱਲ ਕੀਤੀ ਤੇ ਉਹਨਾਂ ਨੇ ਕਿਹਾ ਕਿ ਓਨਰ ਐਗਰੀ ਆ ਬੇਸਮੈਂਟ ਦਿਖਾਉਣ ਲਈ, ਪਰ ਪਹਿਲਾਂ ਤੁਹਾਨੂੰ 1000 ਡਿਪੋਜ਼ਿਟ ਕਰਨਾ ਪਊਗਾ ਮੇਰੇ ਅਕਾਊਂਟ ਦੇ ਵਿੱਚ, ਕਿਉਂਕਿ ਮੈਂ ਡੀਲ ਕਰਵਾ ਰਿਹਾ ਅਤੇ ਮੈਂ ਸਿੱਧਾ ਓਨਰ ਨੂੰ ਟ੍ਰਾਂਸਫਰ ਕਰੂੰਗਾ ਉਹ ਐਂਡ ਉਹ ਕੁੜੀ ਨੇ ਟ੍ਰਾਂਸਫਰ ਕਰ ਦਿੱਤੇ। ਜਦੋਂ ਉਹਨੇ ਕਰ ਦਿੱਤੇ ਤਾਂ ਇਸ ਤੋਂ ਬਾਅਦ ਉਹਨੇ ਫ਼ੋਨ ਨਹੀਂ ਪਿਕ ਕੀਤਾ। ਉਹਦਾ ਮਾਰਕੀਟ ਪਲੇਸ 'ਤੇ ਜੋ ਐਡ ਸੀ ਉਹ ਡਿਲੀਟ ਸੀ, ਉਹਦੀ ਪ੍ਰੋਫਾਈਲ ਡਿਲੀਟ ਸੀ ਉਹ ਲੜਕੇ ਦੀ। ਅਤੇ ਇਸ ਤੋਂ ਬਾਅਦ ਉਹ ਕੁੜੀ ਉਹ ਬਹੁਤ ਜ਼ਿਆਦਾ ਰੋ ਰਹੀ ਸੀ ਅਤੇ ਉਹ ਪਰੇਸ਼ਾਨ ਸੀ ਕਿਉਂਕਿ ਉਹਨੇ ਸੇਵਿੰਗ ਕਰਕੇ, ਕਿਉਂਕਿ ਨਾਓ ਡੇਜ਼ ਕੰਮ ਵੀ ਹੈ ਨਹੀਂ ਐਂਡ ਉਹਦੀਆਂ ਸੇਵਿੰਗ ਸਾਰੀਆਂ ਲੋਸਟ ਸੀ ਅਤੇ ਉਹ ਇੱਦਾਂ ਦੱਸ ਰਹੀ ਸੀ। ਸੋ ਆਪਣੀ ਪੰਜਾਬੀ ਕਮਿਊਨਿਟੀ ਹੀ ਮਤਲਬ ਇਹ ਚੀਜ਼ਾਂ ਦੇ ਵਿੱਚ ਇਨਵੋਲਵ ਹੋ ਰਹੀ ਆ। ਸੋ ਆਪਾਂ ਕਿਸੇ ਤੋਂ ਕੀ ਆਸ ਰੱਖਦੇ ਹਾਂ ਕਿ ਦੂਸਰੀ ਕਮਿਊਨਿਟੀ ਦੇ ਲੋਕ ਆਪਾਂ ਨੂੰ ਹੈਲਪ ਕਰਨਗੇ, ਕਿਉਂਕਿ ਆਪਣੇ ਲੋਕ ਹੀ ਆਪਣੇ ਨਾਲ ਇਦਾਂ ਕਰ ਰਹੇ ਆ। ਸੋ ਜਦੋਂ ਤੁਸੀਂ ਕਿਹਾ ਕਿ ਐਵੇਂ ਦਾ ਸਕੈਮ ਹੋਇਆ, ਫਿਰ ਇਸ ਤੋਂ ਬਾਅਦ ਲਾਈਕ ਉਹਨਾਂ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਵੀ ਕੀਤੀ ਵੀ ਉਹਨਾਂ ਨੇ ਫੋਨ ਨਹੀਂ ਚੱਕੇ, ਇਸ ਤੋਂ ਪਹਿਲਾਂ ਉਹਨਾਂ ਨਾਲ ਕੋਈ ਮੁਲਾਕਾਤ ਹੋਈ ਸੀ ਜਾਂ ਉਹਨਾਂ ਨਾਲ ਫੇਸ ਟੂ ਫੇਸ ਗੱਲਬਾਤ ਹੋਈ? ਐਕਚੁਅਲੀ ਫੇਸ ਟੂ ਫੇਸ ਗੱਲ ਨਹੀਂ ਹੋਈ ਸੀ ਇੱਦਾਂ। ਉਹ ਮਤਲਬ ਉਹਨਾਂ ਨੂੰ ਲੱਗਿਆ ਕਿ ਇਹ ਐਡ ਰਿਲਾਇਬਲ ਆ। ਲਾਈਕ ਉਹਨਾਂ ਨੇ ਜਦੋਂ ਮਾਰਕੀਟ ਪਲੇਸ 'ਤੇ ਦੇਖੀ ਅਤੇ ਉੱਥੇ ਪਹਿਲਾਂ ਹੀ ਕਾਫੀ ਸਾਰੀਆਂ ਐਡਸ ਸੀ। ਲਾਈਕ ਉਹ ਐਡਸ ਤਾਂ ਇੱਦਾਂ ਦੀਆਂ ਸੀ ਕਿ ਫਰਨੀਚਰ ਸੇਲ ਵਗੈਰਾ ਦੀਆਂ ਸੀ। ਸੋ ਉਹਨਾਂ ਨੇ ਜਦੋਂ ਉਹਨਾਂ ਨੂੰ ਲੱਗਿਆ ਕਿ ਕਾਫੀ ਟਾਈਮ ਦੀ ਪ੍ਰੋਫਾਈਲ ਆ, ਸੋ ਜੈਨੂਅਨ ਹੋਊਗੀ ਐਂਡ ਉਹਨਾਂ ਨੇ ਫ਼ੋਨ 'ਤੇ ਵੀ ਗੱਲ ਕੀਤੀ ਐਂਡ ਉਹਨਾਂ ਨੇ ਜਦੋਂ
ਟ੍ਰਾਂਸਫਰ ਆਈਡੀ ਵਗੈਰਾ ਦਿੱਤੀ। ਸੋ ਉਹਨਾਂ ਨੂੰ ਲੱਗਿਆ ਕਿ ਸਹੀ ਹੈ, ਇਨਸਾਨ ਜੈਨੂਅਨ ਆ। ਐਂਡ ਜਦੋਂ ਉਹਨਾਂ ਨੇ ਟ੍ਰਾਂਸਫਰ ਕਰਤੇ, ਉਹ ਫੋਨ ਨੰਬਰ ਬੰਦ ਸੀ ਉਹਨਾਂ ਦਾ, ਕਿਉਂਕਿ ਉਹਨਾਂ ਨੇ ਕਾਲ ਦੇ ਥਰੂ ਹੀ ਗੱਲ ਕੀਤੀ ਸੀ। ਅਤੇ ਮਤਲਬ ਉਹ ਲੜਕੇ ਨੇ ਕਿਹਾ ਸੀ ਕਿ ਮੈਂ ਤੁਹਾਨੂੰ ਇਨ ਪਰਸਨ ਤਦ ਮਿਲੂੰਗਾ ਜਦੋਂ ਤੁਹਾਨੂੰ ਲਾਈਕ ਤੁਸੀਂ ਟ੍ਰਾਂਸਫਰ ਕਰੋਗੇ ਐਂਡ ਓਨਰ ਨੂੰ ਇਹ ਹੋਊਗਾ ਕਿ ਹਾਂ ਉਹ ਸੀਰੀਅਸ ਹੋ, ਤੁਸੀਂ ਸੀਰੀਅਸ ਬਾਇਰ ਹੋ, ਦੈਨ ਉਹ ਤੁਹਾਡੇ ਨਾਲ ਗੱਲ ਕਰੂਗਾ। ਸੋ ਇਨ ਪਰਸਨ ਗੱਲ ਨਹੀਂ ਹੋਈ ਸੀ, ਸੋ ਫੋਨ ਤੇ ਗੱਲ ਹੋਈ ਸੀ। ਇਸ ਤੋਂ ਬਾਅਦ ਕੰਟੈਕਟ ਖਤਮ। ਸੋ ਸਕੈਮਸ ਵੀ ਫੇਸ ਕੀਤੇ ਜਾ ਰਹੇ ਨੇ ਨਵੇਂ ਆਇਆਂ ਵੱਲੋਂ, ਜੌਬ ਲਾਸ ਵੀ ਹੋ ਰਹੀ ਹੈ, ਉੱਤੋਂ ਦੀ ਟੈਨੈਂਟਸ ਦੇ ਐਜ਼ ਅ ਟੈਨੈਂਟ ਜਿਹੜਾ ਉਹ ਵੀ ਚੀਜ਼ਾਂ ਫੇਸ ਕੀਤੀਆਂ ਜਾ ਰਹੀਆਂ ਨੇ। ਸਰਵਾਈਵ ਕਰਨਾ ਕਿੰਨਾ ਕਿਸ ਵਕਤ ਔਖਾ ਹੋਇਆ ਕੈਨੇਡਾ? ਐਕਚੁਅਲੀ ਨਾਓ ਡੇਜ਼ ਬਹੁਤ ਜ਼ਿਆਦਾ ਔਖਾ ਹੈ, ਕਿਉਂਕਿ ਜੌਬਸ ਨਹੀਂ ਆ, ਬਿਲਕੁਲ ਵੀ ਜੌਬਸ ਨਹੀਂ ਆ। ਈਵਨ ਜਿਹੜੇ ਸਟੂਡੈਂਟਸ ਨੇ ਜਦੋਂ ਉਹ ਕਿਤੇ ਲਾਈਕ ਆਪਣੇ ਪੰਜਾਬੀ ਓਨਰਸ ਕੋਲ ਜਾਂਦੇ ਆ, ਦੈਨ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਲਾਈਕ ਜਿੰਨਾ ਵੀ ਪੇ ਆਫਰ ਕਰਦੇ ਆ, ਦੈਨ ਦੇ ਹੈਵ ਟੂ ਵਰਕ, ਦੇ ਹੈਵ ਨੋ ਆਪਸ਼ਨ, ਸੋ ਦੇ ਹੈਵ ਟੂ ਵਰਕ। ਦੈਟਸ ਵਾਈ ਲਾਈਕ ਇਹ ਪ੍ਰੋਬਲਮਸ ਵੀ ਕ੍ਰੀਏਟ ਹੋ ਰਹੀਆਂ ਨੇ। ਲਾਈਕ ਬਹੁਤ ਸਾਰੇ ਚੰਗੇ ਲੋਕ ਵੀ ਨੇ, ਜਿੱਦਾਂ ਓਨਰਸ ਕੁਛ ਇੱਦਾਂ ਵੀ ਨੇ ਲਾਈਕ ਸਟੱਡੀ ਦੇ ਅਕੋਰਡਿੰਗ ਤੁਹਾਡਾ ਸਕੈਜੂਲ ਜਿੱਦਾਂ ਉਹ ਕਰ ਲੈਂਦੇ ਹੈਗੇ, ਮੈਨੇਜ ਦੇ ਐਡਜਸਟ। ਸੋ ਕੁਛ ਲੋਕ ਚੰਗੇ ਵੀ ਆ ਅਤੇ ਕੁਛ ਓਨਰਸ ਇੱਦਾਂ ਫਾਇਦਾ ਵੀ ਚੱਕਦੇ ਆ ਸਟੂਡੈਂਟਸ ਦਾ। ਸੋ ਨੈਗੇਟਿਵਸ ਤੇ ਪੋਜ਼ੀਟਿਵ ਦੋਨੋਂ ਨੇ। ਸੋ ਇਹ ਤਾਂ ਅਸੀਂ ਗੱਲ ਸੁਣੀ ਕੁੜੀਆਂ ਦੀ, ਸਟੂਡੈਂਟਸ ਦੀ, ਜਿਨ੍ਹਾਂ ਦੇ ਨਾਲ ਕਾਫੀ ਜ਼ਿਆਦਾ ਇਸ ਵਕਤ ਧੱਕਾ ਹੋਇਆ ਸੀ ਕਹਿ ਸਕਦੇ ਹਾਂ। ਪਰ ਉੱਥੇ ਦੂਜੇ ਪਾਸੇ ਕਈ ਵਾਰੀ ਲੈਂਡਲੋਰਡ ਵੀ ਗਲਤ ਨਹੀਂ ਹੁੰਦੇ। ਹੁਣ ਇੱਕ ਅਜਿਹੇ ਲੈਂਡਲੋਰਡ ਨਾਲ ਆਪਾਂ ਗੱਲਬਾਤ ਕਰਦੇ ਹਾਂ ਜਿਨ੍ਹਾਂ ਨੇ ਖੁਦ ਇਹ ਸਭ ਕੁਝ ਫੇਸ ਕੀਤਾ ਅਤੇ ਉਹਨਾਂ ਨੂੰ ਟੈਨੈਂਟਸ ਨੇ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ। ਸੋ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ, ਉਹਨਾਂ ਦੀ ਹੀ ਕਹਾਣੀ। ਐਜ਼ ਅ ਲੈਂਡਲੋਰਡ ਵੀ ਤੁਸੀਂ ਐਕਸਪੀਰੀਅੰਸ ਕਰ ਚੁੱਕੇ ਹੋ ਅਤੇ ਐਜ਼ ਅ ਟੈਨੈਂਟ ਵੀ ਤੁਸੀਂ ਐਕਸਪੀਰੀਅੰਸ ਕੀਤਾ ਆ। ਸਭ ਤੋਂ ਪਹਿਲਾਂ ਇਹ ਦੱਸੋ ਕਿ ਐਜ਼ ਅ ਲੈਂਡਲੋਰਡ ਐਜ਼ ਅ ਟੈਨੈਂਟ ਤੁਹਾਡਾ ਐਕਸਪੀਰੀਅੰਸ ਕਿਸ ਤਰੀਕੇ ਦਾ ਰਿਹਾ? ਮੇਰਾ ਪਰਸਨਲੀ ਐਕਸਪੀਰੀਅੰਸ ਠੀਕ ਸੀਗਾ, ਹੈ ਨਾ। ਮੈਨੂੰ ਇੱਦਾਂ ਲੱਗਦਾ ਆਪ ਭਲੇ ਜਗ ਭਲਾ ਕਾਇੰਡ ਸਿਚੁਏਸ਼ਨ। ਅਤੇ ਪਰ ਮੈਂ ਹੌਰੀਬਲ ਸਟੋਰੀਜ਼ ਜ਼ਰੂਰ ਸੁਣੀਆਂ, ਪਰ ਸਾਡੇ ਨਾਲ ਪਰਸਨਲੀ ਇੱਦਾਂ ਕੁਛ ਨਹੀਂ ਹੋਇਆ, ਕਿਉਂਕਿ ਜਦੋਂ ਅਸੀਂ ਕਿਸੇ ਦੇ ਘਰੇ ਰਹੇ ਹਾਂ, ਅਸੀਂ ਉਹਨਾਂ ਦੇ ਰੂਲਸ ਰਿਸਪੈਕਟ ਕੀਤੇ ਆ ਅਤੇ ਉਹਨਾਂ ਦੀ ਜਗ੍ਹਾ ਵੀ ਸਾਫ਼ ਸੁਥਰੀ ਰੱਖੀ ਆ। ਅਤੇ ਮੇਰਾ ਪਰਸਨਲੀ ਕੋਈ ਬੈਡ ਐਕਸਪੀਰੀਅੰਸ ਨਹੀਂ ਹੋਇਆ। ਮੈਂ 5 ਸਾਲ ਰਹੀ ਹਾਂ ਕਿਰਾਏ 'ਤੇ। ਸਾਫ ਸਫਾਈ ਵਗੈਰਾ ਸਾਰਾ ਕੁਝ ਰੱਖਦੇ ਸੀ, ਜਿਵੇਂ ਆਮ ਤੌਰ ਤੇ ਕਿਹਾ ਜਾਂਦਾ ਕਿ ਟੈਨੈਂਟਸ ਇੰਨੀ ਸਾਫ ਸਫਾਈ ਨਹੀਂ ਰੱਖਦੇ ਜਾਂ ਕੈਪੈਸਿਟੀ ਤੋਂ ਜ਼ਿਆਦਾ ਟੈਨੈਂਟਸ ਜਿਹੜੇ ਅੰਦਰ ਆ ਜਾਂਦੇ ਆ। ਸੋ ਐਵੇਂ ਦਾ ਐਕਸਪੀਰੀਅੰਸ ਤਾਂ ਨਹੀਂ ਰਿਹਾ ਤੁਹਾਡਾ? ਹਾਂਜੀ, ਮੇਰਾ ਐਜ਼ ਅ ਲੈਂਡਲੋਰਡ ਤਾਂ ਬਹੁਤ ਬੇਕਾਰ ਐਕਸਪੀਰੀਅੰਸ ਰਿਹਾ, ਟੂ ਬੀ ਵੈਰੀ ਓਨੈਸਟ। ਐਂਡ ਸਫਾਈ ਨੂੰ ਵੀ ਲੈ ਕੇ ਅਤੇ ਰੂਲਸ ਰੈਗੂਲੇਸ਼ਨਸ ਨੂੰ ਵੀ ਲੈ ਕੇ ਮੈਂ ਪਰਸਨਲੀ ਬਹੁਤ ਤੰਗ ਹੋਈ ਸੀਗੀ ਮੇਰੇ ਇੱਕ ਟੈਨੈਂਟ ਤੋਂ, ਜਿਹਨੇ ਕਿ ਘਰ ਦੇ ਰੂਲਸ ਬ੍ਰੇਕ ਕੀਤੇ ਆ। ਸਫਾਈ ਉਹਨਾਂ ਨੂੰ ਕਹਿ ਕੇ ਵਾੜੀ ਦਾ ਵੀ ਸਾਨੂੰ ਕੋਈ ਸਾਫ਼ ਸੁਥਰਾ ਬੰਦਾ ਚਾਹੀਦਾ, ਆਉਣ ਲੱਗੇ ਤਾਂ ਹਾਂਜੀ ਅਸੀਂ ਸਾਰਾ ਕੁਝ ਸਾਫ਼ ਕਰਾਂਗੇ, ਅਸੀਂ ਸਾਰੇ ਰੂਲਸ ਰਿਸਪੈਕਟ ਕਰਾਂਗੇ। ਪਰ ਜਦੋਂ ਇੱਕ ਵਾਰੀ ਅੰਦਰ ਆ ਗਏ, ਕੋਈ ਰੂਲਸ ਨਹੀਂ, ਕੋਈ ਰੈਗੂਲੇਸ਼ਨਸ ਨਹੀਂ, ਬਾਲ ਜਿੱਥੇ ਵਾਏ ਉੱਥੇ ਸਿੱਟ ਦੇਣੇ ਆ ਅਤੇ ਆਪਣਾ ਖਾ ਪੀ ਕੇ ਆਪਦੇ ਬੈੱਡ ਦੇ ਆਲੇ ਦੁਆਲੇ ਤੁਸੀਂ ਹੈ ਨਾ ਆਪਦਾ ਗੰਦ ਰੱਖੀ ਜਾਣਾ ਹੈਗਾ। ਸੋ ਮੈਂ ਪਰਸਨਲੀ ਦੇਖਿਆ, ਸਪੈਸ਼ਲੀ ਇੰਟਰਨੈਸ਼ਨਲ ਸਟੂਡੈਂਟਸ ਹੈ ਨਾ, ਮੇਰੇ ਘਰੇ ਜਿਹੜੀਆਂ ਵੀ ਕੁੜੀਆਂ ਆਈਆਂ ਹੈਗੀਆਂ, ਰਾਈਟ, ਹੈ ਨਾ। ਅਤੇ ਹਾਰਡਲੀ ਮੈਂ ਕਹਿੰਦੀ 10 ਚੋਂ ਕਿਸੇ 4 ਨੇ ਮਸਾਂ ਸਫਾਈ ਰੱਖੀ ਹੋਣੀ ਆ, ਬਟ ਮੋਸਟਲੀ ਜਿਹੜੀ ਆਪਾਂ ਮੈਜੋਰਿਟੀ ਦੀ ਗੱਲ ਕਰੀਏ, ਉਹ ਮੈਂ ਕਹਿੰਦੀ ਹਾਂ ਨਹੀਂ ਠੀਕ। ਮੈਂ ਓਨੈਸਟਲੀ ਇੰਨੀ ਗੱਲ ਦੱਸ ਦਿੰਦੀ ਹਾਂ, ਮੇਰਾ ਘਰ ਅੱਜ ਦੀ ਡੇਟ 'ਚ ਸਾਫ਼ ਹੈਗਾ, ਕਿਉਂਕਿ ਮੈਂ ਐਜ਼ ਅ ਲੈਂਡਲੋਰਡ ਵਿੱਚ ਰਹਿ ਰਹੀ ਹਾਂ। ਸੋ ਮੈਂ ਆਪਣਾ ਤੁਹਾਨੂੰ ਪਰਸਨਲ ਐਕਸਪੀਰੀਅੰਸ ਦੱਸਦੀ ਹਾਂ। ਮੈਂ ਮਹੀਨੇ ਕੁ ਲਈ ਇੰਡੀਆ ਗਈ ਸੀ, ਐਂਡ ਜਦੋਂ ਤੱਕ ਮੈਂ ਸੋ ਫਾਰ ਸੀਗੀ ਮੇਰੇ ਘਰੇ ਸਾਰਾ ਕੁਝ ਠੀਕ ਸੀਗਾ, ਕੋਈ ਰੂਲਸ ਰੈਗੂਲੇਸ਼ਨਸ, ਚਲੋ ਬੰਦਾ ਆਪ ਹੀ ਮਾੜਾ ਮੋਟਾ ਕਰ ਦਿੰਦਾ ਸਫਾਈ, ਹੈ ਨਾ, ਤੁਹਾਨੂੰ ਐਕਸਟਰਾ ਕਰਨੀ ਪੈਂਦੀ ਹੈ ਜੇ ਤੁਹਾਡਾ ਘਰ ਹੈ, ਰਾਈਟ। ਬਟ 1 ਮਹੀਨੇ ਬਾਅਦ ਜਦੋਂ ਮੈਂ ਘਰੇ ਆਈ, ਮੇਰੇ ਵਾਸ਼ਰੂਮ ਦੀ ਹਾਲਤ ਇੰਨੀ ਖਰਾਬ, ਵਾਈਟ ਕਲਰ ਦਾ ਵਾਸ਼ਟਬ ਮੇਰਾ ਬਰਾਊਨ ਰੰਗ ਦਾ ਹੋਇਆ, ਉੱਥੇ ਗਾਰਬੇਜ ਬਿਨ ਐਜ਼ ਪਿਆ, ਕਿਸੇ ਨੇ ਆਪਣੇ ਲਾਈਕ ਗਾਰਬੇਜ ਬਿਨ ਨਹੀਂ ਸਾਫ਼ ਕੀਤਾ, ਓਵਰਫਲੋ ਹੋ ਕੇ ਉਹਦੇ 'ਚੋਂ ਸਮਾਨ ਬਾਹਰ ਨਿਕਲ ਰਿਹਾ ਅਤੇ ਘਰ ਇੱਦਾਂ ਜਿੱਦਾਂ ਪਤਾ ਨਹੀਂ ਚਿੜੀਆ ਘਰ ਹੁੰਦਾ। ਸੋ ਆਈ ਹੈਡ ਅ ਬੈਡ ਐਕਸਪੀਰੀਅੰਸ। ਸੋ ਮੈਨੂੰ ਤਾਂ ਹੀ ਮੈਂ ਕਿਸੇ ਹੱਦ ਤੱਕ ਲੈਂਡਲੋਰਡਸ ਨਾਲ ਬਹੁਤ ਅਗਰੀ ਕਰਦੀ ਹਾਂ ਵੀ ਬੱਚੇ ਨਹੀਂ ਤਾਂ ਧਿਆਨ ਰੱਖਦੇ। ਅਤੇ ਜੇ ਮੈਂ ਤਾਂ ਆਪਣਾ ਘਰ ਕਿਸੇ ਨੂੰ ਮੈਂ ਸੋਚ ਵੀ ਨਹੀਂ ਸਕਦੀ ਵੀ ਮੈਂ ਨਾ ਰਵਾਂ ਅਤੇ 6 ਮਹੀਨੇ ਲੀਜ਼ 'ਤੇ ਦੇ ਦੇਵਾਂ ਅਤੇ ਮੇਰਾ ਘਰ ਦਾ ਪੂਰਾ ਅਪਸਾਈਡ ਡਾਊਨ ਹੋਇਆ ਹੋਣਾ। ਸੋ ਜਿਵੇਂ ਐਜ਼ ਅ ਲੈਂਡਲੋਰਡ ਹੁਣ ਤੁਹਾਡਾ ਐਕਸਪੀਰੀਅੰਸ ਰਿਹਾ ਕਿ ਕੋਈ ਇਹਦੇ ਬਾਰੇ ਵਿੱਚ ਕੋਈ ਲੀਗਲ ਕਾਰਵਾਈ ਵੀ ਹੋਈ ਆ ਜਾਂ ਕੋਈ ਇਸ ਤੋਂ ਇਲਾਵਾ ਤੁਹਾਨੂੰ ਕੋਈ ਥ੍ਰੈਟਸ ਹੋਈਆਂ ਹੋਣ ਜਾਂ ਕੁਝ? ਨਹੀਂ, ਐਕਚੁਅਲੀ ਗੱਲ ਇੱਦਾਂ ਹੋਈ ਸੀਗੀ ਵੀ ਜਦੋਂ ਅਸੀਂ ਕਿਸੇ ਦੇ ਐਜ਼ ਅ ਟੈਨੈਂਟ ਰਹੇ ਹਾਂ, ਅਸੀਂ ਆਲਵੇਜ਼ ਮੇਕ ਸ਼ੋਰ ਕੀਤਾ ਵੀ ਹੈ ਨਾ ਅਸੀਂ ਆਪ ਸਾਫ਼ ਰਹੀਏ ਅਤੇ ਅਗਲੇ ਦਾ ਘਰ ਸਾਫ਼ ਰੱਖੀਏ। ਆਈ ਥਿੰਕ ਸਫਾਈ ਇਜ਼ ਅ ਵੈਰੀ ਪਰਸਨਲ ਚੋਇਸ, ਬਟ ਲੈ ਦੇ ਕਿ ਐਟ ਦ ਐਂਡ ਆਫ ਦ ਡੇ ਤੁਹਾਡੀ ਹਾਈਜੀਨ ਰਿਫਲੈਕਟ ਕਰਦਾ, ਹੈ ਨਾ। ਵੀ ਤੁਸੀਂ ਗੰਦ 'ਚ ਹੀ ਰਹੀ ਜਾ ਰਹੇ ਤਾਂ ਫਿਰ ਤੁਸੀਂ ਜੇ ਤੁਹਾਨੂੰ ਕੋਈ ਕੁਛ ਕਹਿ ਦਿੰਦਾ ਤਾਂ ਤੁਹਾਨੂੰ ਲੱਗਦਾ ਉਹ ਸਾਡੇ 'ਤੇ ਪਰਸਨਲ ਅਟੈਕ ਹੋ ਰਿਹਾ, ਬਟ ਜਦ ਕਿ ਇਹ ਕੋਈ ਪਰਸਨਲ ਅਟੈਕ ਨਹੀਂ ਹੋ ਰਿਹਾ, ਰਾਈਟ। ਹੁਣ ਜਿੱਦਾਂ ਫੋਰ ਐਗਜ਼ਾਮਪਲ ਗਾਰਬੇਜ ਹੀ ਆ, ਹੁਣ ਆਪਾਂ ਨੂੰ ਇੰਨੀਆਂ ਸਹੂਲਤਾਂ ਮਿਲੀਆਂ ਵੀ 3 ਟਾਈਪ ਦੇ ਟਰੱਕਸ ਆਉਂਦੇ ਆ ਡਿਫਰੈਂਟ ਗਾਰਬੇਜ ਚੱਕਣ ਨੂੰ। ਤੁਸੀਂ ਔਰਗੈਨਿਕ ਰੀਸਾਈਕਲ ਗਾਰਬੇਜ ਵਿੱਚ ਇੱਕ ਦੇ ਕਰ ਰਹੇ ਹੋ ਤਾਂ ਉਸ ਚੀਜ਼ ਦਾ ਕੀ ਫਾਇਦਾ, ਹੈ ਨਾ। ਤੁਸੀਂ ਆਪਣਾ ਉੱਥੇ ਭਾਂਡੇ ਪਏ ਆ ਉੱਦਾਂ ਹੀ
ਲਾਈਕ ਗੰਦ ਪਾ ਕੇ ਰੱਖ ਰਹੇ ਆ। ਸੋ ਉਸ ਚੀਜ਼ ਦਾ ਮੇਰੇ ਹਿਸਾਬ ਨਾਲ ਤਾਂ ਬਹੁਤ ਇਟਸ ਡਿਸਗਸਟਿੰਗ। ਐਂਡ ਉੱਤੋਂ ਦੀ ਜੇ ਬੱਚਿਆਂ ਨੂੰ ਕੁਝ ਕਹਿ ਦੋ ਤਾਂ ਫਿਰ ਦੇ ਕਮ ਐਟ ਯੂ, ਹੈ ਨਾ, ਉਲਟਾ ਤੁਹਾਨੂੰ ਹੀ ਬੋਲਣ ਲੱਗ ਜਾਂਦੇ। ਸੋ ਮੈਂ ਪਰਸਨਲ ਐਕਸਪੀਰੀਅੰਸ ਕੀਤਾ, ਇਟ ਵਾਸ ਬੈਡ। ਬਟ ਆਈ ਥਿੰਕ ਐਟ ਦ ਐਂਡ ਆਫ ਦ ਡੇ, ਚਾਹੇ ਤੁਸੀਂ ਲੈਂਡਲੋਰਡ ਆ ਚਾਹੇ ਟੈਨੈਂਟ ਆ, ਜੇ ਤੁਹਾਨੂੰ ਲੱਗਦਾ ਤੁਸੀਂ ਆਪਣੇ ਪੱਖ 'ਚ ਠੀਕ ਹੈਗੇ ਆ, ਜੇ ਤੁਹਾਨੂੰ ਲੱਗਦਾ ਵੀ ਤੁਸੀਂ 100% ਰਾਈਟ ਆ, ਮੈਨੂੰ ਨਹੀਂ ਲੱਗਦਾ ਤੁਹਾਨੂੰ ਕਿਸੇ ਵੀ ਚੀਜ਼ ਤੋਂ ਘਬਰਾਉਣ ਦੀ ਲੋੜ ਹੈ ਜਾਂ ਪਿੱਛੇ ਹੋਣ ਦੀ ਲੋੜ ਹੈਗੀ ਆ। ਪਰ ਇਹ ਗੱਲ ਵੀ ਜ਼ਰੂਰ ਠੀਕ ਹੈਗੀ ਆ ਵੀ ਜਿਹੜੇ ਤੁਸੀਂ ਟੈਨੈਂਟਸ ਨੂੰ ਕਿਹਾ ਵੀ ਜ਼ਿਆਦਾ ਰਾਈਟ ਹੈਗੇ ਤੇ ਬੱਚੇ ਉਸ ਚੀਜ਼ ਦਾ ਬਹੁਤ ਹੱਦ ਤੱਕ ਮਿਸਯੂਜ਼ ਵੀ ਕਰਦੇ। ਤੇ ਮੈਂ ਪਰਸਨਲੀ ਉਹ ਚੀਜ਼ ਐਕਸਪੀਰੀਅੰਸ ਕੀਤੀ ਹੈ, ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੂੰਗੀ। ਸੋ ਦਿਸ ਕੁਡ ਬੀ ਅ ਰੀਜ਼ਨ ਕਿ ਅੱਜ ਕੱਲ ਜਿਵੇਂ ਸਟੂਡੈਂਟਸ ਨੂੰ ਕੋਈ ਘਰ ਲੈਣ ਜਾਣ ਦਾ ਨਹੀਂ ਦੇ ਰਿਹਾ। ਹੁਣ ਮੈਂ ਹੁਣ ਤੋਂ ਜਿੰਨੇ ਵੀ ਬੱਚੇ ਰੱਖੇ ਆ, ਰਾਈਟ, ਮੈਂ ਇੰਟਰਵਿਊ ਕਰਦੀ ਹਾਂ ਅਗਲੇ ਨੂੰ, ਰਾਈਟ, ਕੋਈ ਵਰਕਿੰਗ ਪ੍ਰੋਫੈਸ਼ਨਲ ਹੋਵੇ, ਕਿੱਥੋਂ ਆਇਆ, ਕੀ ਬੈਕਗਰਾਊਂਡ ਆ, ਹੈ ਨਾ। ਅਸੀਂ ਇੱਥੇ ਕਿਸੇ ਨੂੰ ਹਰਾਸ ਕਰਨ ਲਈ ਨਹੀਂ ਹੈਗੇ, ਪਰ ਅਸੀਂ ਆਪ ਵੀ ਹਰਾਸ ਹੋਣ ਲਈ ਨਹੀਂ ਹੈਗੇ, ਰਾਈਟ। ਤੇ ਸਾਡਾ ਘਰ ਹੈਗਾ, ਜੇ ਤੁਸੀਂ ਸਾਫ਼ ਨਹੀਂ ਰੱਖ ਸਕਦੇ, ਤੁਸੀਂ ਰਿਸਪੈਕਟ ਨਹੀਂ ਕਰ ਸਕਦੇ ਜਿਹੜੀ ਜਗ੍ਹਾ 'ਤੇ ਤੁਸੀਂ ਰਹਿ ਰਹੇ ਹੋ, ਤੁਹਾਡਾ ਕੋਈ ਮਤਲਬ ਨਹੀਂ ਬਣਦਾ ਉਸ ਚੀਜ਼ 'ਤੇ ਫਿਰ ਰਹਿਣ ਦਾ। ਮੈਂ ਸਾਰਿਆਂ ਨੂੰ ਉਹੀ ਸੁਜੈਸਟ ਕਰੂੰਗੀ ਵੀ ਜਿਹੜਾ ਵੀ ਹੈਗਾ ਤੁਸੀਂ ਲੀਗਲੀ ਚੱਲੋ, ਪੇਪਰ ਵਰਕ ਥਰੂ ਚੱਲੋ, ਅਤੇ ਜਿਹੜਾ ਤੁਹਾਨੂੰ ਲੱਗਦਾ ਵੀ ਗਾਂ ਤੁਹਾਨੂੰ ਟਰਬਲ ਦੇਗਾ, ਇਟਸ ਓਕੇ ਵੀ ਤੁਹਾਡਾ ਜੇ ਮਹੀਨੇ 2 ਮਹੀਨੇ ਰੈਂਟ 'ਤੇ ਨਹੀਂ ਚੜ੍ਹਦਾ, ਪਰ ਕਿਸੇ ਗਲਤ ਬੱਚੇ ਨੂੰ ਦੇਣ ਨਾਲੋਂ ਇਟਸ 10 ਟਾਈਮਸ ਬੈਟਰ ਵੀ ਤੁਹਾਡਾ ਰੂਮ ਖਾਲੀ ਰਹੇ। ਸੋ ਹੁਣ ਅਸੀਂ ਆਪਣੇ ਦਰਸ਼ਕਾਂ ਨੂੰ ਖਾਸ ਤੌਰ ਤੇ ਜਾਣਕਾਰੀ ਦੇਣਾ ਚਾਹੁੰਦੇ ਹਾਂ, ਜੇਕਰ ਤੁਸੀਂ ਕੋਈ ਪ੍ਰਾਪਰਟੀ ਆਪਣੀ ਲੀਜ਼ ਦੇ ਉੱਤੇ ਦੇਣਾ ਚਾਹੁੰਦੇ ਹੋ ਤਾਂ ਕਿ ਉਸ ਤੋਂ ਬਾਅਦ ਦੇ ਝਮੇਲਿਆਂ ਤੋਂ ਬਚਿਆ ਜਾ ਸਕੇ, ਕਿਹੜੀਆਂ ਲੀਗਲ ਫਾਰਮੈਲਿਟੀਜ਼ ਕਰਨੀਆਂ ਜ਼ਰੂਰੀ ਨੇ। ਸੋ ਅਸੀਂ ਇੱਕ ਬਿਜ਼ਨਸਮੈਨ ਨਾਲ ਗੱਲਬਾਤ ਕੀਤੀ ਹੈ ਜਿਨ੍ਹਾਂ ਨੇ ਸਾਨੂੰ ਇਸ ਦੇ ਬਾਰੇ ਵਿੱਚ ਪੂਰੀ ਜਾਣਕਾਰੀ ਦਿੱਤੀ ਹੈ ਤੇ ਲੀਗਲ ਫਾਰਮੈਲਿਟੀਜ਼ ਕੀ ਹੈਗੀਆਂ ਨੇ, ਤੁਸੀਂ ਖੁਦ ਸੁਣੋ। ਕਿ ਕੈਨੇਡਾ ਜਿਹੜਾ ਮੁਲਕ ਹੈ, ਇੱਥੇ ਹਮੇਸ਼ਾ ਚਾਰਟਰਡ ਰਾਈਟਸ ਦੀ ਗੱਲ ਕੀਤੀ ਜਾਂਦੀ ਹੈ, ਪਰ ਜ਼ਿਆਦਾਤਰ ਜਿਹੜੇ ਰਾਈਟਸ ਨੇ ਇੱਥੇ ਟੈਨੈਂਟਸ ਨੂੰ ਜ਼ਿਆਦਾ ਨੇ ਤੇ ਲੈਂਡਲੋਰਡਸ ਨੂੰ ਘੱਟ ਨੇ। ਹਾਂਜੀ, ਬਿਲਕੁਲ ਸਹੀ। ਟੈਨੈਂਟ ਦੇ ਕੋਲ ਰਾਈਟ ਬਹੁਤ ਜ਼ਿਆਦਾ ਨੇ ਜੀ, ਲੈਂਡਲੋਰਡ ਦੇ ਹੱਕਾਂ ਦੇ ਵਿੱਚ ਬਹੁਤ ਘੱਟ ਹੈਗੇ ਨੇ। ਸੋ ਜਿਵੇਂ ਤੁਸੀਂ ਕਿਹਾ ਕਿ ਲੈਂਡਲੋਰਡ ਦੇ ਹੱਕਾਂ ਵਿੱਚ ਬਹੁਤ ਘੱਟ ਰਾਈਟਸ ਹੁੰਦੇ ਨੇ, ਲੈਂਡਲੋਰਡ ਲਈ ਵੀ ਬਹੁਤ ਜ਼ਰੂਰੀ ਹੈ ਕਿ ਵੀ ਆਪਣੀ ਪ੍ਰਾਪਰਟੀ, ਕਿਉਂਕਿ ਦਿਨ ਰਾਤ ਮਿਹਨਤ ਕਰਕੇ ਤੁਸੀਂ ਇੱਥੇ ਜਿਹੜੀ ਆਪਣੀ ਕੋਈ ਚੀਜ਼ ਪੂਰੀ ਉਮਰ ਦੀ ਬਣਾਉਂਦੇ ਹੋ, ਤੇ ਇਹ ਐਂਦਾ ਨਹੀਂ ਹੈਗਾ ਕਿ ਅਸੀਂ ਈਜ਼ੀਲੀ ਕਿਸੇ ਨੂੰ ਵੀ ਇੱਦਾਂ ਹੱਥਾਂ ਦੇ ਵਿੱਚ ਦੇ ਦਈਏ ਤਾਂ ਕਿ ਉਹਨੂੰ ਕੋਈ ਡੈਮੇਜ ਕਰ ਸਕੇ। ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਸਾਡੀ ਕਮਿਊਨਿਟੀ ਗਲਤੀ ਕਿੱਥੇ ਕਰਦੀ ਹੈ? ਸਭ ਤੋਂ ਪਹਿਲਾਂ ਤਾਂ ਇੱਦਾਂ ਕਿ ਜਦੋਂ ਮੰਨ ਲਓ ਤੁਹਾਡੀ ਜਗ੍ਹਾ ਅਵੇਲੇਬਲ ਹੁੰਦੀ ਆ, ਤੁਸੀਂ ਲੋਕਾਂ ਨੂੰ ਇੱਕਦਮ ਹੀ ਰੈਂਟ ਨਾ ਦੇ ਦਿਓ ਕਿ ਜਿੱਦਾਂ ਤੁਹਾਨੂੰ ਤੁਸੀਂ ਅੱਜ ਐਡ ਪਾਈ ਆ, ਕੱਲ੍ਹ ਨੂੰ ਤੁਸੀਂ ਕਿਸੇ ਨੂੰ ਦੇ ਦਿਓ। ਅਤੇ ਹਮੇਸ਼ਾ ਪ੍ਰੋਪਰ ਲੀਜ਼ ਕਰੋ, ਉਹਨਾਂ ਦਾ ਕ੍ਰੈਡਿਟ ਚੈੱਕ ਕਰੋ, ਦੇਖੋ ਉਹਨਾਂ ਦੀਆਂ ਆਈਡੀਆਂ ਪ੍ਰੋਪਰ ਲਿਆਓ, ਅਤੇ ਪ੍ਰੋਪਰ ਲੀਜ਼ ਹੋਣੀ ਚਾਹੀਦੀ। ਜਿਹੜਾ ਓਨਟਾਰੀਓ ਦਾ ਇੱਕ ਫਾਰਮੈਟ ਹੈਗਾ ਲੈਂਡਲੋਰਡ ਟੈਨੈਂਟ ਬੋਰਡ ਤੋਂ, ਉੱਥੇ ਉਸ ਫਾਰਮੈਟ 'ਤੇ ਲੀਜ਼ ਸਾਈਨ ਹੋਣੀ ਚਾਹੀਦੀ ਹੈ। ਕੋਈ ਵੀ ਤੁਸੀਂ ਆਪਣਾ ਕੋਈ ਪੇਪਰ ਬਣਾ ਕੇ ਜਾਂ ਉਹ 'ਤੇ ਨਾ ਦੂਜਾ ਕਰੋ, ਸਭ ਤੋਂ ਪਹਿਲਾਂ ਤਾਂ ਇਹ ਹੋਣਾ ਚਾਹੀਦਾ। ਦੂਜਾ, ਤੁਸੀਂ ਜਿਹੜੇ ਤੁਹਾਡੇ ਟੈਨੈਂਟ ਹੈਗੇ ਆ ਉਹਨਾਂ ਦੀ ਮੇਕ ਸ਼ੋਰ ਉਹ ਜੋਬ ਕਰਦੇ ਹੋਣ, ਉਹਦੀ ਜੋਬਾਂ ਤੋਂ ਚੈੱਕ ਕਰੋ, ਉਹਨਾਂ ਦੀ ਪੇ ਸਟੱਫ ਦੇਖੋ, ਉਹਨਾਂ ਦੇ ਰੈਫਰੈਂਸ ਵੀ ਲਾਓ। ਹੋ ਸਕਦਾ ਕਈ ਵੇਲੇ ਰੈਫਰੈਂਸ ਤੁਹਾਨੂੰ ਉਹ ਗਲਤ ਵੀ ਮਿਲ ਜਾਣ, ਪਰ ਐਜ਼ ਏ ਆਪਣੇ ਰੈਕਰਡ ਲਈ ਉਹਨਾਂ ਦੇ ਫ਼ੋਨ ਨੰਬਰ ਸਾਂਭ ਕੇ ਰੱਖੋ, ਉਹਨਾਂ ਨੇ ਜੋ ਕਿਹਾ ਉਹ ਤੁਹਾਡੇ ਕੋਲ ਹੋਣੇ ਚਾਹੀਦੇ ਨੇ। ਕੀ ਇਹ ਇੱਕ ਲੀਗਲ ਰਾਈਟ ਹੈਗਾ ਆ ਇੱਕ ਅਸੀਂ ਕਹਿ ਸਕਦੇ ਹਾਂ ਲੈਂਡਲੋਰਡ ਦਾ, ਕਿ ਕਿਸੇ ਤੋਂ ਅਸੀਂ ਉਹਨਾਂ ਦੇ ਕ੍ਰੈਡਿਟਸ ਦੀ ਡਿਟੇਲਸ ਮੰਗ ਸਕਦੇ ਹਾਂ ਜਾਂ ਉਹਨਾਂ ਦੀ ਜੌਬ ਲੈਟਰ ਜਾਂ ਆਫਰ ਲੈਟਰ ਮੰਗ ਸਕਦੇ ਹਾਂ? ਹਾਂਜੀ, ਆਫ ਕੋਰਸ ਤੁਸੀਂ ਉਹਨਾਂ ਦੇ ਜੌਬ ਲੈਟਰ, ਈਵਨ ਤੁਸੀਂ ਉਹਨਾਂ ਦਾ ਬੈਂਕ ਬੈਲੈਂਸ ਦੇਖ ਸਕਦੇ ਆ, ਲਾਈਕ ਲੀਗਲੀ ਉਹਨਾਂ ਦਾ ਡਰਾਈਵਰ ਲਾਇਸੈਂਸ, ਉਹਨਾਂ ਦਾ ਸਿਨ ਨੰਬਰ, ਇਹ ਚੀਜ਼ਾਂ ਤੁਹਾਡੇ ਕੋਲ ਬਿਲਕੁਲ ਹੋਣੀਆਂ ਵੀ ਚਾਹੀਦੀਆਂ। ਉਹਨਾਂ ਤੋਂ ਲੈ ਕੇ ਤੁਹਾਡੇ ਕੋਲ ਤੁਹਾਡੇ ਡਾਕੂਮੈਂਟ ਦੇ ਵਿੱਚ ਹੋਣੀ ਚਾਹੀਦੀਆਂ ਉਹ ਚੀਜ਼ਾਂ। ਆਮ ਤੌਰ ਤੇ ਤਾਂ ਵੈਸੇ ਜਿੱਥੋਂ ਅਸੀਂ ਮੁਲਕ 'ਚੋਂ ਆਏ ਹਾਂ, ਭਾਰਤ ਵਿੱਚ ਵੀ ਕਹਿੰਦੇ ਕਿ ਛੇਤੀ ਕਿਰਾਏਦਾਰਾਂ ਨੂੰ ਉਠਾਇਆ ਨਹੀਂ ਜਾ ਸਕਦਾ ਹੈਗਾ, ਪਰ ਇੱਥੇ ਕੀ ਰਾਈਟ ਹੈਗਾ ਜੇਕਰ ਕੋਈ ਤੁਹਾਡੀ ਪ੍ਰਾਪਰਟੀ ਡੈਮੇਜ ਕਰਦਾ ਆ ਜਾਂ ਕੁਝ ਵੀ ਕਰਦਾ ਆ, ਕੀ ਤੁਹਾਡੇ ਕੋਲ ਰਾਈਟ ਹੈ ਕਿ ਆਪਣੇ ਜਿਹੜੇ ਟੈਨੈਂਟ ਨੂੰ ਤੁਸੀਂ ਬਾਹਰ ਜਾਣ ਦਾ ਪਹਿਲਾਂ ਨੋਟਿਸ ਦੇ ਸਕਦੇ ਹੋ, ਉਹਨਾਂ ਨੂੰ ਕੱਢਣ ਦਾ? ਤੁਹਾਡੇ ਕੋਲ ਰਾਈਟ ਤਾਂ ਹੈਗੇ ਨੇ, ਪਰ ਉਹ ਕਿੱਦਾਂ ਅਪਲਾਈ ਹੋਣੇ ਨੇ ਉਹਦੇ ਵਿੱਚ ਤੁਹਾਨੂੰ ਬੜਾ ਧਿਆਨ ਰੱਖਣਾ ਪੈਂਦਾ ਜੀ। ਮੰਨ ਲਓ ਤੁਹਾਡੇ ਟੈਨੈਂਟ ਨੇ ਤੁਹਾਡੀ ਡੈਮੇਜ ਕਰ ਦਿੱਤਾ, ਤੁਸੀਂ ਆਪਣੇ ਟੈਨੈਂਟ ਨੂੰ ਇੱਕਦਮ ਕਰ ਨਹੀਂ ਸਕਦੇ, ਤੁਹਾਨੂੰ ਕੋਰਟ ਵਿੱਚ ਜਾਣਾ ਪੈਣਾ। ਅੱਜ ਕੱਲ੍ਹ ਜੋ ਕੋਰਟਾਂ ਦੇ ਹਾਲਾਤ ਹੈਗੇ ਨੇ, ਤੁਹਾਨੂੰ ਘੱਟੋ ਘੱਟ ਵੀ ਸਾਲ ਲੱਗ ਜਾਂਦਾ। ਜੇ ਮੰਨ ਲਓ ਤੁਹਾਡਾ ਟੈਨੈਂਟ ਤੁਹਾਨੂੰ ਕਿਰਾਇਆ ਵੀ ਨਹੀਂ ਦੇ ਰਿਹਾ, ਤੁਸੀਂ ਆਲਮੋਸਟ ਸਾਲ ਉਹਨੂੰ ਕਰ ਨਹੀਂ ਸਕਦੇ। ਅਤੇ ਬਹੁਤ ਸਾਡੀ ਕਮਿਊਨਿਟੀ ਉਹ ਬੜੇ ਉਹਨਾਂ ਨੂੰ ਪਤਾ ਨਹੀਂ ਕਿ ਆਪਾਂ ਇਹਨਾਂ ਨੂੰ ਫਾਰਮ ਕਿਹੜਾ ਦੇਣਾ, ਜਾਂ ਵਰਬਲੀ ਜਾਂ ਈਮੇਲ ਰਾਹੀਂ, ਟੈਕਸਟ ਮੈਸੇਜ ਰਾਹੀਂ, ਉਹ ਕਦੇ ਵੀ ਨੋਟਿਸ ਵੈਲਿਡ ਨਹੀਂ ਹੁੰਦੇ। ਇੱਕ ਤੁਸੀਂ ਲੈਂਡਲੋਰਡ ਟੈਨੈਂਟ ਬੋਰਡ 'ਤੇ ਜਾਓ, ਉਹਨਾਂ ਦੀ ਵੈਬਸਾਈਟ 'ਤੇ, ਉੱਥੇ N1 ਤੋਂ ਲੈ ਕੇ ਮੇਰੇ ਖਿਆਲ N15 N16 ਫਾਰਮ ਹੁੰਦੇ ਨੇ। ਹਰ ਫਾਰਮ ਦਾ ਇੱਕ ਡਿਫਰੈਂਟ ਮਤਲਬ ਹੁੰਦਾ। ਜੇ ਕਿਸੇ ਨੇ ਉਹ ਰੈਂਟ ਨਹੀਂ ਦੇ ਰਿਹਾ ਉਹਦਾ ਹੋਰ, ਜੇ ਕੋਈ ਬੰਦਾ ਨੋਇਸ ਕਰ ਰਿਹਾ ਉਹਦਾ ਹੋਰ, ਜੇ ਤੁਸੀਂ ਮੰਨ ਲਓ ਘਰ ਵੇਚ ਦਿੱਤਾ ਉਹਦੇ ਹੋਰ ਫਾਰਮ ਲੱਗਣਾ। ਦੂਜੀ ਗੱਲ ਇਹ ਹੈਗੀ ਕਿ ਜਿਹੜਾ ਤੁਸੀਂ ਫਾਰਮ ਉਹ ਦੇਣੇ ਨੇ ਉਹ ਵੀ ਪ੍ਰੋਪਰ ਹੋਣੇ ਚਾਹੀਦੇ ਨੇ। ਜੇ ਮੰਨ ਲਓ ਤੁਸੀਂ ਨਹੀਂ ਚੰਗੀ ਤਰ੍ਹਾਂ ਭਰਿਆ, ਜਦੋਂ ਤੁਹਾਡੀ ਕੋਰਟ ਡੇਟ ਆਉਣੀ ਹੈ, ਜਦੋਂ ਤੁਹਾਡਾ ਜੱਜ ਦੇਖਦਾ ਉੱਥੇ ਕਿ ਇਹ ਪ੍ਰੋਪਰ ਫਾਰਮ ਨਹੀਂ ਭਰਿਆ ਗਿਆ,
ਉਹਨਾਂ ਨੇ ਰਾਈਟ ਵੇ ਨੂੰ ਕੈਂਸਲ ਕਰ ਦੇਣਾ, ਤੁਹਾਨੂੰ ਸ਼ੁਰੂ ਤੋਂ ਫਿਰ ਮੁੜ ਕੇ ਲਾਈਨ 'ਚ ਲੱਗਣਾ ਪੈਣਾ। ਕਿ ਤੁਸੀਂ ਜਾ ਕੇ ਆਪਣੀ ਪ੍ਰਾਪਰਟੀ ਦੀ ਇਨਸਪੈਕਸ਼ਨ ਕਰ ਸਕਦੇ ਹੋ ਕਿ ਸਾਰਾ ਕੁਝ ਠੀਕ ਠਾਕ ਹੈ ਜਾਂ ਜਿਵੇਂ ਅਸੀਂ ਦਿੱਤਾ ਸੀ ਉਸੇ ਤਰੀਕੇ ਦੇ ਨਾਲ ਹੈ? ਹਾਂਜੀ, ਤੁਸੀਂ ਆਪਣੇ ਲੈਂਡਲਾਈਨ ਟੈਨੈਂਟ ਨੂੰ 24 ਘੰਟੇ ਦਾ ਨੋਟਿਸ ਦੇਣਾ ਹੁੰਦਾ, ਜਿਹੜਾ ਕਿ 9 ਤੋਂ 5 ਦੇ ਵਿੱਚ ਤੁਸੀਂ ਬੈਟਰ ਮੰਡੇ ਟੂ ਫਰਾਈਡੇ ਇਵਨ ਵੀਕਐਂਡ ਤੇ ਵੀ ਜਾ ਸਕਦੇ ਹੋ, ਪਰ ਐਸ ਲੌਂਗ ਐਸ ਤੁਸੀਂ 24 ਘੰਟੇ ਦਾ ਨੋਟਿਸ ਦਿੱਤਾ ਉਹ ਕਦੇ ਤੁਹਾਨੂੰ ਰਿਫਿਊਜ਼ ਨਹੀਂ ਕਰ ਸਕਦੇ। ਕੀ ਇਹ ਟੈਨੈਂਟ ਦੀ ਮਰਜ਼ੀ ਤੋਂ ਇਲਾਵਾ ਜੇਕਰ ਕੋਈ ਲੈਂਡਲੋਰਡ ਚਾਹੁੰਦਾ ਹੈ ਕਿ ਨਹੀਂ ਮੈਂ ਅੱਗੇ ਲੀਜ਼ ਨਹੀਂ ਵਧਾਉਣਾ ਚਾਹੁੰਦਾ, ਕੀ ਉਹ ਆਪਣੇ ਟੈਨੈਂਟ ਨੂੰ ਕਹਿ ਸਕਦਾ ਹੈ ਕਿ ਮੈਂ ਅੱਗੇ ਲੀਜ਼ ਨਹੀਂ ਵਧਾਉਣਾ ਚਾਹੁੰਦਾ ਤੇ ਤੁਹਾਨੂੰ ਜਿਹੜਾ ਘਰ ਖਾਲੀ ਕਰਨਾ ਪਏਗਾ? ਨਹੀਂ, ਐਜ਼ ਏ ਇਹਨਾਂ ਦੇ ਲਾਅ ਦੇ ਹਿਸਾਬ ਦੇ ਨਾਲ ਜਦੋਂ ਸਾਲ ਦੀ ਲੀਜ਼ ਕੀਤੀ ਹੈ, ਚਾਹੇ 6 ਮਹੀਨੇ ਦੀ ਕੀਤੀ ਹੈ, ਚਾਹੇ 2 ਸਾਲ ਦੀ ਕੀਤੀ ਹੈ, ਉਹਦੇ ਬਾਅਦ ਵਿੱਚ ਲੀਜ਼ ਮੰਥ ਟੂ ਮੰਥ ਹੋ ਜਾਂਦੀ ਆਟੋਮੈਟਿਕਲੀ। ਮੰਨ ਲਓ ਟੈਨੈਂਟ ਜਾਣਾ ਚਾਹੁੰਦਾ, ਉਹਦੇ ਬਾਅਦ ਸੇ ਫੋਰ ਐਗਜ਼ਾਮਪਲ ਉਹਦਾ ਮਨ ਤਾਂ ਉਹਨੂੰ 2 ਮਹੀਨੇ ਦਾ ਨੋਟਿਸ ਦੇਣਾ ਪੈਣਾ ਕਿ ਮੈਂ ਜਾ ਰਿਹਾ, ਅਤੇ ਮੰਨ ਲਓ ਓਨਰ ਨੂੰ ਭੇਜਣਾ ਚਾਹੁੰਦਾ ਤਾਂ ਵੀ 2 ਮਹੀਨੇ ਦਾ ਨੋਟਿਸ ਦੇਣਾ ਪੈਣਾ, ਪਰ ਉਹ ਟੈਨੈਂਟ ਦੀ ਮਰਜ਼ੀ ਆ ਕਿ ਉਹ ਜਾਣਾ ਚਾਹੁੰਦਾ ਜਾਂ ਨਹੀਂ ਜਾਣਾ ਚਾਹੁੰਦਾ, ਤੁਸੀਂ ਉਹਨੂੰ ਫੋਰਸ ਨਹੀਂ ਕਰ ਸਕਦੇ। ਸੋ ਜੇਕਰ ਟੈਨੈਂਟ ਤੁਹਾਨੂੰ ਕਿਰਾਇਆ ਵੀ ਨਹੀਂ ਦੇ ਰਿਹਾ ਹੈਗਾ ਤੇ ਉੱਪਰੋਂ ਦੀ ਤੁਹਾਡੇ ਕੋਈ ਯੂਟਿਲਿਟੀਜ਼ ਨਹੀਂ ਤੁਹਾਨੂੰ ਪੇ ਕਰ ਰਿਹਾ ਹੈਗਾ, ਕਿ ਤਾਂ ਵੀ ਤੁਸੀਂ ਟੈਨੈਂਟ ਨੂੰ ਨਹੀਂ ਕੱਢ ਸਕਦੇ? ਨਹੀਂ, ਫਿਰ ਤਾਂ ਤੁਹਾਨੂੰ ਕੋਰਟ ਰਾਹੀਂ ਜਾਣਾ ਪੈਣਾ। ਅੱਜ ਕੱਲ੍ਹ ਬਹੁਤ ਹੀ ਟੈਨੈਂਟਸ ਨੇ ਇਹ ਵੀ ਕੰਮ ਸ਼ੁਰੂ ਕਰ ਲਿਆ ਕਿ ਉਹ ਇੱਕ ਬੰਦੇ ਕੋਲ ਪਹਿਲਾਂ ਆਉਂਦੇ ਨੇ, ਉੱਥੇ ਸਾਲ ਫ੍ਰੀ ਰਹਿ ਕੇ ਫਿਰ ਜਦੋਂ ਐਵਿਕਸ਼ਨ ਕਿਤੇ ਹੁੰਦੀ ਆ ਉਹ ਦੂਜੇ ਲੈਂਡਲਾਰਡ ਕੋਲ ਚਲੇ ਜਾਂਦੇ ਨੇ, ਉੱਥੇ ਫਸਟ ਐਂਡ ਲਾਸਟ ਦੇ ਕੇ ਅੰਦਰ ਚਲੇ ਜਾਂਦੇ ਨੇ, ਅਤੇ ਉਹਦੇ ਬਾਅਦ ਉੱਥੇ ਵੀ ਨਹੀਂ ਦਿੰਦੇ, ਤਾਂ ਬਸ ਇਸ ਤਰ੍ਹਾਂ ਹੋ ਰਿਹਾ ਜੀ। ਕਿਹੜੇ ਇਹੋ ਜਿਹੇ ਪੇਪਰ ਵਰਕ ਕਰੀ ਜਾਂ ਕਿਸ ਤਰੀਕੇ ਦੇ ਨਾਲ ਇਹਨਾਂ ਮਾਮਲਿਆਂ ਤੋਂ ਬਚਿਆ ਜਾ ਸਕਦਾ? ਹਾਂਜੀ, ਇਹ ਬਹੁਤ ਵਧੀਆ ਤੁਸੀਂ ਕੁਐਸਚਨ ਪੁੱਛਿਆ। ਉਹਦੇ ਵਿੱਚ ਸਭ ਤੋਂ ਪਹਿਲਾਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਲਾਲਚ ਨਾ ਕਰੋ, ਕਿ ਜਿੱਦਾਂ ਹੁਣ ਤੁਹਾਡੇ ਕੋਲ ਫਟਾਫਟ ਕੋਈ ਟੈਨੈਂਟ ਆ ਜਾਂਦਾ, ਉਹ ਕਹਿੰਦਾ ਕਿ ਜੀ ਮੈਂ ਅਗਲੇ ਵੀਕ ਮੂਵ ਹੋ ਜਾਂਦਾ, ਉਹਨਾਂ ਤੋਂ ਬਚੋ। ਉਹ ਹੋ ਸਕਦਾ ਕਿ ਉਹਨਾਂ ਨੂੰ ਐਵਿਕਸ਼ਨ ਹੋਈ ਹੋਵੇ ਇੱਕਦਮ। ਅਤੇ ਦੂਜੀ ਗੱਲ, ਉਹਨਾਂ ਦਾ ਮੇਕ ਸ਼ੋਰ ਕਿ ਉਹਨਾਂ ਦਾ ਕ੍ਰੈਡਿਟ ਹਿਸਟਰੀ ਚੈੱਕ ਕਰੋ। ਉਹ ਚਾਹੇ ਉਹ ਤੁਹਾਨੂੰ ਬਹਾਨਾ ਮਾਰਨ ਕਿ ਮੈਂ ਤਾਂ ਕੈਸ਼ 'ਤੇ ਕੰਮ ਕਰਦਾ ਹਾਂ, ਮੇਰਾ ਪਤਾ ਨਹੀਂ, ਕ੍ਰੈਡਿਟ ਹਿਸਟਰੀ ਜ਼ਰੂਰ ਲਾਓ, ਉਹਨਾਂ ਦੇ ਪ੍ਰੋਪਰ ਆਈਡੀਆਂ ਜ਼ਰੂਰ ਲਾਓ। ਉਦੋਂ ਬਾਅਦ ਦੇ ਵਿੱਚ ਤੁਸੀਂ ਉਹਨਾਂ ਦੀ ਕ੍ਰੈਡਿਟ ਦੇਖ ਕੇ ਉਹਨਾਂ ਨੂੰ ਪ੍ਰਾਪਰਟੀ ਦੇਣੀ ਚਾਹੀਦੀ ਹੈ। ਇਹ ਨਾ ਹੋਵੇ ਕਿ ਉਹਨਾਂ ਕੋਲ ਹੋਵੇ ਕੁਛ ਨਾ, ਕਿਉਂਕਿ ਉਹ ਬੰਦੇ ਨੂੰ ਡਰ ਹੋਵੇ ਕਿ ਕੱਲ੍ਹ ਨੂੰ ਜੇ ਮੈਂ ਨਹੀਂ ਕਰਾਇਆ ਇਹਨੂੰ, ਉਹਨਾਂ ਨੂੰ ਦਿੱਤਾ ਕਿ ਇਹ ਮੇਰਾ ਕ੍ਰੈਡਿਟ ਖਰਾਬ ਕਰਨਗੇ, ਤਾਂ ਉਹਨੂੰ ਇਸ ਦਾ ਡਰ ਹੈ ਕਿ ਮੇਰਾ ਵੀ ਉਹਦਾ ਵੀ ਫਿਊਚਰ ਸਕਰੂ ਅਪ ਹੋ ਸਕਦਾ। ਸੋ ਇਸ ਮਾਮਲੇ ਦੇ ਵਿੱਚ ਕੀ ਕੋਈ ਅੱਗੇ ਕੀਤਾ ਜਾ ਸਕਦਾ ਕਿ ਜਿਵੇਂ ਤੁਸੀਂ ਮੈਨੂੰ ਲੀਜ਼ ਦੇ ਉੱਤੇ ਰੈਂਟ ਦੇ ਉੱਤੇ ਆਪਣਾ ਘਰ ਦਿੱਤਾ ਹੈ ਤੇ ਮੈਂ ਅੱਗੇ ਲੀਜ਼ ਦੇ ਉੱਤੇ ਕਿਸੇ ਹੋਰ ਨੂੰ ਦੇ ਦਿੱਤਾ ਆ, ਕੀ ਐਦਾਂ ਹੋ ਸਕਦਾ ਆ? ਮੋਸਟਲੀ ਲੋਕ ਇੱਦਾਂ ਬਹੁਤ ਕਰਦੇ ਨੇ, ਉਹ ਆਪ ਲੀਜ਼ 'ਤੇ ਲੈ ਕੇ ਗਾਹਾਂ ਕਈ ਵੇਲੇ ਉਹ ਸਬ ਲੀਜ਼ ਕਰ ਦਿੰਦੇ ਨੇ, ਪਰ ਜਿਹੜੀ ਸਬ ਲੀਜ਼ ਵੀ ਹੁੰਦੀ ਆ ਉਹ ਨਾ ਓਨਰ ਨੂੰ ਦੱਸ ਕੇ ਕਰਨੀ ਪੈਂਦੀ ਹੁੰਦੀ ਆ, ਨਹੀਂ ਤਾਂ ਇਲੀਗਲ ਸਬ ਲੀਜ਼ ਹੈਗੀ ਆ। ਜਾਂ ਫਿਰ ਕਈ ਵੇਲੇ ਲੋਕੀ ਉਹਨਾਂ ਨੂੰ ਅੰਦਰ ਕਰ ਦਿੰਦੇ ਨੇ ਕਿ ਜੀ ਮੇਰੇ ਗੈਸਟ ਨੇ ਜਾਂ ਕਿੱਦਾਂ ਆ। ਉਹਦੇ ਬਾਰੇ ਅਗੇਨ ਮੈਂ ਤੁਹਾਨੂੰ 100% ਨਹੀਂ ਦੱਸ ਸਕਦਾ, ਪਰ ਤੁਸੀਂ ਉਹਦੇ 'ਤੇ ਐਕਸ਼ਨ ਲੈ ਸਕਦੇ ਹੋ। ਤੁਹਾਨੂੰ ਹੋਰ ਕਹਿਣਾ ਚਾਹਾਂਗਾ ਕਿ ਜਿੰਨੇ ਵੀ ਮੈਨੂੰ ਸੁਣ ਰਹੇ ਨੇ, ਦੇਖ ਰਹੇ ਨੇ, ਜਦੋਂ ਤੁਸੀਂ ਪ੍ਰਾਪਰਟੀ ਰੈਂਟ 'ਤੇ ਦਿੰਦੇ ਹੋ, ਮੇਕ ਸ਼ੋਰ ਪ੍ਰਾਪਰਟੀ ਦੀ ਇਨਸਪੈਕਸ਼ਨ ਜ਼ਰੂਰ ਕਰੋ ਹਰ ਮਹੀਨੇ ਜਾ ਕੇ। ਅਤੇ ਐਜ਼ ਅ ਲੈਂਡਲੋਰਡ ਇਹ ਤੁਹਾਡੀ ਜ਼ਿੰਮੇਵਾਰੀ ਹੁੰਦੀ ਹੈ ਕਿ ਘਰ ਦੇ ਵਿੱਚ ਸਮੋਕ ਅਲਾਰਮ ਅਤੇ ਕਾਰਬਨ ਮੋਨੋਆਕਸਾਈਡ ਅਲਾਰਮ ਇਹ ਹੋਣੇ ਚਾਹੀਦੇ ਨੇ ਹਮੇਸ਼ਾ। ਅਤੇ ਉਹ ਤੋਂ ਬਾਅਦ ਦੇ ਵਿੱਚ ਤੁਸੀਂ ਉਹਨਾਂ ਤੋਂ ਸਾਈਨ ਜ਼ਰੂਰ ਕਰਵਾਓ ਕਿ ਮੰਨ ਲਓ ਜੇ ਮੈਂ ਅੱਜ 2 ਤਰੀਕ ਨੂੰ ਗਿਆ ਉੱਥੇ ਟੈਸਟ ਕਰਨੇ ਚਾਹੀਦੇ ਮੈਨੂੰ, ਅਤੇ ਉਹ ਤੋਂ ਬਾਅਦ ਦੇ ਵਿੱਚ ਮੈਂ ਟੈਨੈਂਟ ਤੋਂ ਸਾਈਨ ਮੈਂ ਉਹ ਕੀਤਾ, ਉਹਦੇ ਬਾਅਦ ਦੇ ਵਿੱਚ ਟੈਨੈਂਟ ਲਾ ਕੇ ਰੱਖ ਦੇਵੇ ਜਾਂ ਕੁਛ ਉਹਦੀ ਹੈ ਪ੍ਰੋਬਲਮ। ਪਰ ਐਜ਼ ਲੌਂਗ ਐਜ਼ ਤੁਸੀਂ ਹਰ ਮਹੀਨੇ ਇੱਕ ਵਾਰੀ ਵਿਜ਼ਿਟ ਕਰੋ, ਉੱਥੇ ਤੁਸੀਂ ਆਪਣੇ ਮੇਕ ਸ਼ੋਰ ਆਪਣੇ ਕਾਰਬਨ ਮੋਨੋਆਕਸਾਈਡ ਅਤੇ ਸਮੋਕ ਅਲਾਰਮ ਜ਼ਰੂਰ ਹੋਣੇ ਚਾਹੀਦੇ ਨੇ। ਜੇ ਇਹਦੇ ਵਿੱਚ ਮੰਨ ਲਓ ਕੋਈ 19 ਕੀ ਗੱਲ ਹੋ ਜਾਂਦੀ ਹੈ, ਤੁਸੀਂ ਇਹ ਕੰਮ ਨਹੀਂ ਕਰਦੇ, ਤਾਂ ਤੁਹਾਨੂੰ ਫਾਇਰ ਡਿਪਾਰਟਮੈਂਟ ਵੱਲੋਂ ਬਹੁਤ ਤਗੜਾ ਜੁਰਮਾਨਾ ਹੋ ਸਕਦਾ। ਸੋ ਦੋਸਤੋ, ਇਹ ਸੀ ਸਾਡਾ ਖਾਸ ਐਪੀਸੋਡ। ਇਸ ਦਾ ਮਕਸਦ ਕਿਸੇ ਨੂੰ ਵੀ ਭੰਡਣਾ ਜਾਂ ਕਿਸੇ ਨੂੰ ਵੀ ਗਲਤ ਕਹਿਣਾ ਨਹੀਂ ਸੀ। ਸੋ ਦੋਵੇਂ ਪੱਖ ਅਸੀਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਆ, ਪਰ ਇਸ ਵਕਤ ਸਾਵਧਾਨੀ ਤੁਸੀਂ ਵਰਤਣੀ ਆ, ਚਾਹੇ ਤੁਸੀਂ ਲੈਂਡਲੋਰਡ ਹੋ, ਚਾਹੇ ਤੁਸੀਂ ਓਨਰ ਹੋ। ਲੀਗਲ ਫਾਰਮੈਲਿਟੀਜ਼ ਸਾਰੀਆਂ ਪੂਰੀਆਂ ਕਰੋ ਤਾਂ ਕਿ ਕੱਲ੍ਹ ਨੂੰ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਤੇ ਜੇਕਰ ਤੁਸੀਂ ਕੋਈ ਪ੍ਰਾਪਰਟੀ ਇਸ ਵਕਤ ਰੈਂਟ ਤੇ ਦੇ ਰਹੇ ਹੋ ਜਾਂ ਫਿਰ ਰੈਂਟ ਤੇ ਲੈ ਰਹੇ ਹੋ, ਇੱਕ ਵਾਰੀ ਇਨਸਪੈਕਸ਼ਨ ਖੁਦ ਕਰਕੇ ਆਓ ਤੇ ਉਸ ਤੋਂ ਬਾਅਦ ਜਿਹੜੀਆਂ ਬਾਕੀ ਦੀਆਂ ਫਾਰਮੈਲਿਟੀਜ਼ ਕੰਪਲੀਟ ਕਰੋ। ਇਸ ਦੇ ਨਾਲ ਹੀ ਕੈਮਰਾਮੈਨ ਰੀਤਿੰਦਰ ਗਰੇਵਾਲ ਦੇ ਨਾਲ ਮੈਨੂੰ ਤਰਨਜੀਤ ਕੌਰ ਘੁੰਮਣ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ।